ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਜੀਵਨ ਬਿਰਤਾਂਤ ਮਹਾਰਾਜਾ ਕੰਵਰ ਨੌਨਿਹਾਲ ਸਿੰਘ, ਭਾਗ ਚੌਥਾ, ਪੰਨਾ ਨੰਬਰ 111। ਮਹਾਰਾਜਾ ਨੌਨਿਹਾਲ ਸਿੰਘ ਤੇ ਧਿਆਨ ਸਿੰਘ ਦੇ ਸਬੰਧ। ਉੱਪਰ ਲਿਖੀ ਘਟਨਾ ਸੰਬੰਧੀ ਲਿਖਤ ਦੇ ਬੰਦ ਕਰਨ ਤੋਂ ਪਹਿਲਾਂ ਇਹ ਅਤ ਜ਼ਰੂਰੀ ਪ੍ਰਤੀਤ ਹੁੰਦਾ ਹੈ ਕਿ ਇਤਿਹਾਸਾਂ ਵਿੱਚੋਂ ਲਿਖਤੀ ਤੇ ਪ੍ਰਮਾਣਿਕ ਸਬੂਤ ਲੱਭਿਆ ਜਾਏ ਕਿ ਮਹਾਰਾਜਾ ਨੌਨਿਹਾਲ ਸਿੰਘ ਦੇ ਫੱਟੜ ਹੋਣ ਸਮੇਂ ਜਦ ਮੀਆਂ ਧਿਆਨ ਸਿੰਘ ਨੇ ਇਸ ਨੂੰ ਆਪਣੀ ਸੌਂਪਣੀ ਵਿੱਚ ਲਿਆ ਸੀ ਤਾਂ ਇਹਨਾਂ ਦੇ ਆਪਸ ਵਿੱਚ ਪਰਸਪਰ ਸੰਬੰਧ ਕਿਹੋ ਜਿਹੇ ਸਨ। ਜੇ ਇਤਿਹਾਸ ਇਹ ਗਵਾਹੀ ਦੇਣ ਕਿ ਧਿਆਨ ਸਿੰਘ ਤੇ ਮਹਾਰਾਜੇ ਦਾ ਸੰਬੰਧ ਪਰਸਪਰ ਮਿੱਤਰਤਾ ਤੇ ਭਰੋਸੇ ਵਾਲਾ ਸੀ, ਤਦ ਤਾਂ ਧਿਆਨ ਸਿੰਘ ਤੋਂ ਮਹਾਰਾਜ ਦੀ ਮੌਤ ਦਾ ਦੂਸ਼ਣ ਕੁਝ ਸ਼ੱਕੀ ਜਿਹਾ ਹੋ ਜਾਂਦਾ ਹੈ। ਪਰ ਜੇ ਕਦੇ ਇਹ ਸਾਬਤ ਹੋ ਜਾਏ ਕਿ ਉਨੀ ਦਿਨੀ ਧਿਆਨ ਸਿੰਘ ਨੌਨਿਹਾਲ ਸਿੰਘ ਨੂੰ ਆਪਣੀ ਜਾਤੀ ਸਫਲਤਾ ਦੇ ਰਾਹ ਵਿੱਚ ਇੱਕ ਭਾਰੀ ਰੁਕਾਵਟ ਸਮਝਦਾ ਸੀ ਤੇ ਆਪਸ ਦੇ ਸੰਬੰਧ ਵੀ ਵੈਰ ਭਾਵਨਾ ਵਾਲੇ ਸਨ, ਤਦ ਇਹ ਦੂਸ਼ਣ ਵਧੇਰਾ ਵਜ਼ਨਦਾਰ ਹੋ ਜਾਂਦਾ ਹੈ। ਇਸ ਨੁਕਤੇ ਦੀ ਖੋਜ ਲਈ ਆਓ ਅਸੀਂ ਇਤਿਹਾਸਾਂ ਤੋਂ ਸਹਾਇਤਾ ਲਈਏ। ਪਹਿਲਾ, ਇਲਨ ਦੀ ਹਿਸਟਰੀ ਆਫ ਦੀ ਪੰਜਾਬ ਵਿੱਚ ਲਿਖਤ ਮਿਲਦੀ ਹੈ ਜੋ ਇਸ ਤਰ੍ਹਾਂ ਹੁੰਦੀ ਹੈ ਕਿ ਮਹਾਰਾਜਾ ਨੌਨਿਹਾਲ ਸਿੰਘ ਨੇ ਹਕੂਮਤ ਹੱਥ ਵਿੱਚ ਲੈਂਦੇ ਹੀ ਇੱਕ ਕੌਂਸਲ ਕਾਇਮ ਕੀਤੀ, ਜਿਸ ਦੀ ਰਾਏ ਨਾਲ ਸਾਰੇ ਰਾਜ ਪ੍ਰਬੰਧ ਦੇ ਕੰਮ ਚੱਲਣ ਲੱਗੇ। ਇਸ ਤਰੀਕੇ ਨਾਲ ਨਾ ਕੇਵਲ ਰਾਜਸੀ ਮਾਮਲਿਆਂ ਦੀ ਹੀ ਵਾਗਡੋਰ ਵਜ਼ੀਰ ਧਿਆਨ ਸਿੰਘ ਦੇ ਹੱਥੋਂ ਨਿਕਲ ਗਈ, ਬਲਕਿ ਉਹ ਆਪਣੀ ਜਾਤ ਭਲਾਈ ਲਈ ਵੀ ਇਸ ਤਰੀਕੇ ਨੂੰ ਬੜਾ ਹਾਨੀਕਾਰਕ ਸਮਝਣ ਲੱਗਾ। ਇਹਨਾਂ ਦਿਨਾਂ ਵਿੱਚ ਹੀ ਮਹਾਰਾਜਾ ਖੜਕ ਸਿੰਘ ਦੀ ਬਿਮਾਰੀ ਬਹੁਤ ਵੱਧ ਗਈ ਅਤੇ ਉਹ 5 ਨਵੰਬਰ 1847 ਨੂੰ ਕੂਚ ਕਰ ਗਿਆ। ਦੂਜਾ, ਲੈਪਲ ਗ੍ਰਿਫਨ ਲਿਖਦਾ ਹੈ ਕਿ ਸ਼ਹਿਜ਼ਾਦਾ ਨੌਨਿਹਾਲ ਸਿੰਘ ਦੇ ਤਾਕਤ ਫੜਦਿਆਂ ਹੀ ਧਿਆਨ ਸਿੰਘ ਉਸ ਨੂੰ ਆਪਣੇ ਲਈ ਇੱਕ ਨਵਾਂ ਖਤਰਾ ਜਾਣਨ ਲੱਗਾ, ਕਿਉਂਕਿ ਨੌਜਵਾਨ ਸ਼ਹਿਜ਼ਾਦਾ ਬੜੀ ਉੱਚੀ ਹਿੰਮਤ ਵਾਲਾ, ਦਲੇਰ ਤੇ ਬਹਾਦਰ ਜਵਾਨ ਸੀ। ਉਸ ਨੂੰ ਸਾਰੀ ਖਾਲਸਾ ਫੌਜ ਦਿਲੋਂ ਪਿਆਰ ਕਰਦੀ ਸੀ। ਉਸ ਵਿੱਚ ਸਾਰੇ ਆਪਣੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਾਲੇ ਉੱਚੇ ਗੁਣ ਪਾਏ ਜਾਂਦੇ ਸਨ। ਉਹ ਰਾਏ ਦਾ ਪੱਕਾ ਤੇ ਇਰਾਦੇ ਦਾ ਅਡੋਲ ਸ਼ਹਿਜ਼ਾਦਾ ਸੀ, ਜਿਸ ਦੇ ਦਿਲ ਤੋਂ ਹੁਣ ਦਿਨੋਂ ਦਿਨ ਧਿਆਨ ਸਿੰਘ ਦਾ ਅਸਰ ਘਟਦਾ ਚਲਾ ਜਾ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਵੱਲ ਨਜ਼ਰ ਫੇਰਿਆਂ ਰਾਜੇ ਧਿਆਨ ਸਿੰਘ ਨੂੰ ਆਪਣੇ ਲਈ ਬੜਾ ਖਤਰਾ ਦਿਖਾਈ ਦੇਣ ਲੱਗਾ ਕਿ ਆਰੰਭ ਵਿੱਚ ਹੀ ਇਸ ਸ਼ਹਿਜ਼ਾਦੇ ਦਾ ਇਹ ਹਾਲ ਹੈ ਤਾਂ ਜਦ ਇਹ ਪੰਜਾਬ ਦੇ ਤਖਤ ਪਰ ਬੈਠੇਗਾ ਤਦ ਇਹ ਜ਼ਰੂਰ ਆਪਣੇ ਲਈ ਕੋਈ ਨਵਾਂ ਵਜ਼ੀਰ ਚੁਣ ਲਏਗਾ। ਤਦ ਉਸ ਨਵੇਂ ਵਜ਼ੀਰ ਦਾ ਵਜ਼ਾਰਤ ਤੋਂ ਹਟਾਉਣਾ ਮੇਰੇ ਲਈ ਚੇਤ ਸਿੰਘ ਦੇ ਹਟਾਉਣ ਤੋਂ ਕਈ ਗੁਣਾ ਵਧੇਰਾ ਕਠਿਨ ਸਾਬਤ ਹੋਵੇਗਾ। ਇਸ ਲਈ ਇਸ ਦਾ ਝੱਬਦੇ ਹੀ ਉਪਾਅ ਕਰਨਾ ਚਾਹੀਦਾ ਹੈ। ਸਤੰਬਰ ਤੇ ਅਕਤੂਬਰ ਵਿੱਚ ਮਹਾਰਾਜਾ ਖੜਕ ਸਿੰਘ ਬਿਮਾਰੀ ਦੇ ਵੱਧ ਜਾਣ ਨਾਲ ਡਾਢਾ ਕਮਜ਼ੋਰ ਹੋ ਕੇ ਨਿਢਾਲ ਹੋ ਗਿਆ ਅਤੇ ਉਹ ਚਲਾਣਾ ਕਰ ਗਏ, ਜਿਸ ਦੇ ਕਾਰਨ ਆਮ ਜਨਤਾ ਵਿੱਚ ਇਹ ਹੁੱਗਿਆ ਹੋਇਆ ਸੀ ਕਿ ਮਹਾਰਾਜਾ ਨੂੰ ਧਿਆਨ ਸਿੰਘ ਦੇ ਹੁਕਮ ਨਾਲ ਜ਼ਹਿਰ ਦਿੱਤੀ ਗਈ ਸੀ ਆਦਿ। ਤੀਜਾ, ਪ੍ਰੋਫੈਸਰ ਪੈਨ ਦੀ ਲਿਖਤ ਤੋਂ ਸਪਸ਼ਟ ਹੈ ਕਿ ਮਹਾਰਾਜਾ ਨੌਨਿਹਾਲ ਸਿੰਘ ਦੇ ਬਹੁਤੇ ਲਾਇਕ, ਬਹਾਦਰ ਅਤੇ ਫੌਜਾਂ ਵਿੱਚ ਹਰਮਨ ਪਿਆਰੇ ਹੋਣ ਦੇ ਸ਼ੁਭ ਗੁਣਾਂ ਨੂੰ ਧਿਆਨ ਸਿੰਘ ਆਪਣੇ ਲਈ ਬੜਾ ਹੀ ਖਤਰਨਾਕ ਸਮਝਦਾ ਸੀ, ਜਿਸ ਕਰਕੇ ਉਹ ਦਿਲੋਂ ਮਹਾਰਾਜੇ ਦਾ ਵੈਰੀ ਬਣਿਆ ਹੋਇਆ ਸੀ। ਇਸ ਲੇਖਕ ਦੀ ਵਿਦਵਤਾ ਭਰੀ ਲਿਖਤ ਇਸ ਤਰ੍ਹਾਂ ਆਰੰਭ ਹੁੰਦੀ ਹੈ। ਸ਼ਹਿਜ਼ਾਦਾ ਨੌਨਿਹਾਲ ਸਿੰਘ ਆਮ ਜਨਤਾ ਵਿੱਚ ਬੜਾ ਹੀ ਹਰਮਨ ਪਿਆਰਾ ਸੀ। ਵਿਸ਼ੇਸ਼ ਕਰਕੇ ਫੌਜਾਂ ਵਿੱਚ ਤਾਂ ਉਹਦਾ ਹੱਦੋਂ ਪਰੇ ਸਤਿਕਾਰ ਕੀਤਾ ਜਾਂਦਾ ਸੀ। ਉਹ ਬੜੇ ਉੱਚੇ ਕੱਦ ਅਤੇ ਮਨਮੋਹਣੀ ਸੂਰਤ ਵਾਲਾ ਸ਼ਹਿਜ਼ਾਦਾ ਸੀ। ਉਸ ਨੂੰ ਬਹੁਤ ਸਾਰੇ ਇਹ ਉੱਚੇ ਗੁਣ ਆਪਣੇ ਦਾਦਾ ਸ਼ੇਰੇ ਪੰਜਾਬ ਤੋਂ ਵਿਰਸੇ ਵਿੱਚ ਮਿਲੇ ਸਨ। ਇਸ ਤੋਂ ਛੁੱਟ ਉਹ ਬੜਾ ਹੀ ਸਿਆਣਾ ਅਤੇ ਮੁੰਤਜ਼ਮ ਸੀ। ਉਸਨੇ ਆਪਣੀ ਹਕੂਮਤ ਸਮੇਂ ਸਲਤਨਤ ਦਾ ਪ੍ਰਬੰਧ ਬੜੀ ਯੋਗਤਾ ਤੇ ਨਿਰਭੈਤਾ ਨਾਲ ਆਰੰਭਿਆ। ਧਿਆਨ ਸਿੰਘ ਜੋ ਮੁੱਦਤ ਤੋਂ ਸਿਲਸਿਲੇਵਾਰ ਵਜ਼ਾਰਤ ਦੇ ਅਹੁਦੇ ਪਰ ਚਲਾ ਆਉਂਦਾ ਸੀ, ਹੁਣ ਉਹ ਆਪਣੇ ਨਵੇਂ ਮਾਲਕ ਦੇ ਇਹਨਾਂ ਉੱਚੇ ਗੁਣਾਂ ਪਰ ਮਾਣ ਕਰਨ ਦੀ ਥਾਂ ਉਲਟਾ ਆਪਣੇ ਲਈ ਖਤਰਾ ਮਹਿਸੂਸ ਕਰਨ ਲੱਗਾ ਅਤੇ ਇਸ ਮਹਾਰਾਜੇ ਦੇ ਤਹਿਤ ਵਿੱਚ ਰਹਿਣਾ ਧਿਆਨ ਸਿੰਘ ਨੇ ਆਪਣੀ ਬਰਬਾਦੀ ਲਈ ਹੋ ਬੀਤੇ ਸਾਰੇ ਨਾਜ਼ੁਕ ਸਮਿਆਂ ਤੋਂ ਵੱਧ ਖਤਰਨਾਕ ਸਮਝਿਆ। ਹੁਣ ਆਪਣੇ ਹੱਥੋਂ ਨਿਕਲੀ ਜਾ ਰਹੀ ਖੁਦ ਮੁਖਤਾਰ ਹਕੂਮਤ ਦੀ ਮੁੜ ਪ੍ਰਾਪਤੀ ਦਾ ਇੱਕੋ ਰਸਤਾ ਉਸਨੇ ਲੱਭਿਆ ਅਤੇ ਉਹ ਇਹ ਸੀ ਕਿ ਮਹਾਰਾਜੇ ਦੇ ਜ਼ਬਰਦਸਤ ਪੰਜੇ ਵਿੱਚੋਂ ਜਿਸ ਤਰੀਕੇ ਨਾਲ ਹੋ ਸਕੇ ਖਲਾਸੀ ਪਾਏ ਤਾਂ ਹੋ ਸਕਦਾ ਹੈ ਕਿ ਸਮੇਂ ਦੀ ਲੰਬਾਈ ਮੁੜ ਚੰਗੇ ਦਿਨ ਪਰਤ ਲੈ ਆਏ।
ਨਵੰਬਰ ਦੀ 5 ਤਰੀਕ ਨੂੰ ਮਹਾਰਾਜਾ ਖੜਕ ਸਿੰਘ ਸੁਰਗਵਾਸ ਹੋ ਗਿਆ। ਸ਼ਹਿਜ਼ਾਦਾ ਨੌਨਿਹਾਲ ਸਿੰਘ ਆਪਣੇ ਪਿਤਾ ਦਾ ਅੰਤਮ ਸੰਸਕਾਰ ਵਿੱਚ ਸ਼ਾਮਲ ਸੀ ਅਤੇ ਠੀਕ ਉਸੇ ਦਿਨ ਜਦੋਂ ਕਿ ਉਸਨੇ ਪੰਜਾਬ ਦੇ ਰਾਜ ਦੇ ਤਖਤ ਤੇ ਬੈਠਣਾ ਸੀ, ਉਹੀ ਦਿਨ ਉਸਦੇ ਜੀਵਨ ਦਾ ਛੇਕੜਲਾ ਦਿਨ ਬਣਾ ਦਿੱਤਾ ਗਿਆ। ਅਰਥਾਤ ਜਦ ਪਿਤਾ ਦੇ ਸੰਸਕਾਰ ਤੋਂ ਸ਼ਹਿਜ਼ਾਦਾ ਵਾਪਸ ਪਰਤ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਹੀ ਇੱਕ ਦਰਵਾਜ਼ੇ ਦੀ ਦੀਵਾਰ ਥੱਲੇ ਮਾਰ ਦਿੱਤਾ ਗਿਆ। ਇਸ ਘਟਨਾ ਬਾਰੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ, ਭਾਵੇਂ ਸੱਚਾਈ ਕੁਝ ਵੀ ਹੋਵੇ, ਪਰ ਇਸ ਵਿੱਚ ਰੰਚਕ ਮਾਤਰ ਸੰਸਾ ਨਹੀਂ ਕਿ ਵਜ਼ੀਰ ਧਿਆਨ ਸਿੰਘ ਜਿਸ ਤਰ੍ਹਾਂ ਨੌਨਿਹਾਲ ਸਿੰਘ ਦੇ ਪੰਜੇ ਤੋਂ ਖਲਾਸੀ ਪ੍ਰਾਪਤ ਕਰਨਾ ਚਾਹੁੰਦਾ ਸੀ, ਉਹ ਇਸੇ ਤਰ੍ਹਾਂ ਕਰਨ ਨਾਲ ਹੀ ਪੂਰੀ ਹੋ ਸਕਦੀ ਸੀ। ਚੌਥਾ, ਬੇਦੋਸ਼ੇ ਸਰਦਾਰ ਚੇਤ ਸਿੰਘ ਦੇ ਕਤਲ ਅਤੇ ਮਹਾਰਾਜਾ ਖੜਕ ਸਿੰਘ ਦੇ ਹੱਥੋਂ ਪੰਜਾਬ ਦੀ ਹਕੂਮਤ ਦੀ ਵਾਗਡੋਰ ਖੋਹ ਲੈਣ ਦੇ ਵਾਕਿਆਤ ਨੂੰ ਸ਼ੁਰੂ ਵਿੱਚ ਧਿਆਨ ਸਿੰਘ ਬੜਾ ਫਖਰ ਅਤੇ ਵਡਿਆਈ ਸਮਝ ਕੇ ਲੋਕਾਂ ਨੂੰ ਸੁਣਾਉਂਦਾ ਹੁੰਦਾ ਸੀ, ਜਿਸ ਵਿੱਚ ਉਹ ਆਪਣੇ ਆਪ ਨੂੰ ਕਾਮਯਾਬ ਦੱਸ ਕੇ ਹੋਰਨਾਂ ਨੂੰ ਡਰਾਉਂਦਾ ਤੇ ਉਹਨਾਂ ਤੇ ਆਪਣਾ ਰੋਹਬ ਜਮਾਉਂਦਾ ਹੁੰਦਾ ਸੀ। ਪਰ ਇਸ ਦਾ ਇਹ ਖਿਆਲ ਕੁਝ ਬਹੁਤ ਲੰਮੇ ਸਮੇਂ ਤੱਕ ਨਾ ਰਿਹਾ, ਜਦ ਉਸਦੀ ਖੁਦ ਮੁਖਤਾਰੀ ਦੇ ਰਾਹ ਵਿੱਚ ਕਈ ਗੈਬੀ ਰੁਕਾਵਟਾਂ ਆ ਪਈਆਂ, ਜਿਨ੍ਹਾਂ ਦਾ ਫੁਰਨਾ ਵੀ ਇਸਦੇ ਮਨ ਵਿੱਚ ਕਦੇ ਨਹੀਂ ਸੀ ਫੁਰਿਆ। ਅਰਥਾਤ ਹੁਣ ਇਸ ਨੂੰ ਸਾਫ਼ ਮਾਲੂਮ ਹੋ ਗਿਆ ਸੀ ਕਿ ਮਹਾਰਾਜਾ ਖੜਕ ਸਿੰਘ ਨਾਲ ਤਾਂ ਕਿਸੇ ਨਾ ਕਿਸੇ ਤਰ੍ਹਾਂ ਵਜ਼ਾਰਤ ਦਾ ਕੰਮ ਨਿਭਾ ਲੈਣਾ ਸੰਭਵ ਸੀ, ਪਰ ਨਵੇਂ ਮਹਾਰਾਜੇ ਨੌਨਿਹਾਲ ਸਿੰਘ ਦੇ ਸਾਹਮਣੇ ਤਾਂ ਖੁਦ ਮੁਖਤਾਰੀ ਤੇ ਖੁਦ ਅਖਤਿਆਰ ਦੇ ਵਰਤਣੇ ਦੀ ਆਸ ਮੂਲੋਂ ਹੀ ਕੋਈ ਨਹੀਂ ਰਹੀ। ਹੁਣ ਇਸ ਨੂੰ ਇਹਨਾਂ ਮੁਸ਼ਕਲਾਂ ਦੇ ਹੱਲ ਕਰਨ ਲਈ ਨਵੀਆਂ ਘਾੜਤਾਂ ਘੜਨੀਆਂ ਪਈਆਂ, ਜਿਸ ਦੀ ਉਸਦੇ ਕੋਲ ਕੋਈ ਕਮੀ ਨਹੀਂ ਸੀ। ਪਰ ਕਰਨਲ ਸਟਨਬਾਚ ਲਿਖਦਾ ਹੈ ਕਿ ਧਿਆਨ ਸਿੰਘ ਨੂੰ ਬਹੁਤ ਛੇਤੀ ਮਾਲੂਮ ਹੋ ਗਿਆ ਕਿ ਮਹਾਰਾਜਾ ਨੌਨਿਹਾਲ ਸਿੰਘ ਨੂੰ ਆਪਣੇ ਕਾਬੂ ਵਿੱਚ ਰੱਖਣਾ ਉਸਦੇ ਵੱਸ ਤੋਂ ਬਾਹਰ ਹੈ, ਕਿਉਂਕਿ ਉਸਦੇ ਆਪਣੇ ਮਨ ਭਾਵ ਦੇ ਪਿਆਰੇ ਤੇ ਖਾਸ ਸਲਾਹਕਾਰ ਹੋਰ ਮੌਜੂਦ ਸਨ, ਜੋ ਰਾਜਾ ਧਿਆਨ ਸਿੰਘ ਨੂੰ ਦਿਲੋਂ ਨਹੀਂ ਸਨ ਚਾਹੁੰਦੇ। ਹੁਣ ਉਹਨਾਂ ਦੇ ਹੌਸਲੇ ਹੋਰ ਵੀ ਵੱਧ ਗਏ ਜਦ ਉਹਨਾਂ ਨੇ ਆਪਣੀ ਪਿੱਠ ਤੇ ਮਹਾਰਾਜੇ ਦੀ ਤਾਕਤ ਅਤੇ ਕਿਰਪਾ ਦਾ ਹੱਥ ਡਿੱਠਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਧਿਆਨ ਸਿੰਘ ਦਾ ਰੋਹਬ ਤੇ ਰਸੂਖ ਇੰਨਾ ਘਟ ਗਿਆ ਕਿ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਘਟਿਆ। ਛੇਕੜ ਇੱਥੋਂ ਤੱਕ ਹਾਲਤ ਵਿਗੜ ਗਈ ਕਿ ਉਸ ਨੂੰ ਬਹੁਤ ਘੱਟ ਸ਼ਾਹੀ ਦਰਬਾਰਾਂ ਵਿੱਚ ਸੱਦਿਆ ਜਾਂਦਾ ਸੀ ਅਤੇ ਬਹੁਤ ਘੱਟ ਸਲਾਹ ਮਸ਼ਵਰਾ ਉਸ ਤੋਂ ਲਿਆ ਜਾਂਦਾ ਸੀ। ਕਿਸੇ ਖੁਦ ਮੁਖਤਾਰ ਵਜ਼ੀਰ ਲਈ, ਜਿਹਨੂੰ ਮੁੱਦਤਾਂ ਲੋਕਾਂ ਪਰ ਹਕੂਮਤ ਕਰਨ ਦਾ ਮਿੱਠਾ ਚਸਕਾ ਪੈ ਚੁੱਕਾ ਹੋਵੇ, ਉਸ ਲਈ ਇਸ ਤਰ੍ਹਾਂ ਦੀ ਦਸ਼ਾ ਅਸਹਿ ਹੋ ਜਾਂਦੀ ਹੈ। ਪੰਜਵਾਂ, ਮਹਾਰਾਜਾ ਨੌਨਿਹਾਲ ਸਿੰਘ ਨੂੰ ਪੰਜਾਬ ਦੀ ਹਕੂਮਤ ਆਪਣੇ ਹੱਥ ਲਿਆਂ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਵੈਰੀਆਂ ਵੱਲੋਂ ਇੱਕ ਬੜੀ ਖਤਰਨਾਕ ਚਾਲ ਚਲੀ ਗਈ। ਨੌਜਵਾਨ ਮਹਾਰਾਜਾ ਸੁਤੰਤਰ ਸੁਭਾਅ ਤੇ ਸਾਫ਼ ਗੋ ਹੁਕਮਰਾਨ ਸੀ। ਇਸ ਆਜ਼ਾਦ ਖਿਆਲੀ ਨੂੰ ਅਪਸਵਾਰਥੀ ਵਜ਼ੀਰ ਨੇ ਅੰਗਰੇਜ਼ੀ ਖਬਰ ਨਵੀਸਾਂ ਤੋਂ ਬਗਾਵਤ ਦੇ ਭਾਵ ਵਾਲੀਆਂ ਝੂਠੀਆਂ ਰਿਪੋਰਟਾਂ ਲਿਖਵਾ ਕੇ ਬ੍ਰਿਟਿਸ਼ ਹਕੂਮਤ ਨੂੰ ਮਹਾਰਾਜੇ ਵੱਲੋਂ ਸ਼ੱਕੀ ਕੀਤਾ ਜਾਂਦਾ ਸੀ ਕਿ ਇਹ ਨੌਨਿਹਾਲ ਸਿੰਘ ਅੰਗਰੇਜ਼ਾਂ ਦਾ ਸ਼ੁਭ ਚਿੰਤਕ ਨਹੀਂ ਅਤੇ ਜਦ ਵੀ ਇਸ ਨੂੰ ਯੋਗ ਸਮਾਂ ਮਿਲਿਆ ਇਹ ਅੰਗਰੇਜ਼ਾਂ ਦੇ ਵਿਰੁੱਧ ਝੰਡਾ ਖੜਾ ਕਰੇਗਾ। ਇੱਥੇ ਹੀ ਬਸ ਨਹੀਂ ਸੀ ਕੀਤੀ, ਸਗੋਂ ਮਹਾਰਾਜਾ ਨੌਨਿਹਾਲ ਸਿੰਘ ਵੱਲੋਂ ਜਾਲੀ ਹਸਤਾਖਰਾਂ ਤੇ ਮੋਹਰਾਂ ਹੇਠ ਅਮੀਰ ਦੋਸਤ ਮੁਹੰਮਦ ਖਾਨ ਨੂੰ ਪੱਤਰ ਲਿਖੇ ਗਏ, ਜਿਨ੍ਹਾਂ ਵਿੱਚ ਲਿਖਿਆ ਸੀ ਕਿ ਜੇ ਕਦੇ ਦੋਸਤ ਮੁਹੰਮਦ ਖਾਨ ਅੰਗਰੇਜ਼ਾਂ ਦੇ ਵਿਰੁੱਧ ਜੰਗ ਸ਼ੁਰੂ ਕਰੇ ਤਾਂ ਖਾਲਸਾ ਫੌਜ ਅਤੇ ਸਾਮਾਨ ਜੰਗ ਨਾਲ ਉਸ ਦੀ ਪੂਰੀ ਸਹਾਇਤਾ ਕੀਤੀ ਜਾਏਗੀ। ਇਹ ਖੱਤ ਨੌਨਿਹਾਲ ਸਿੰਘ ਵੱਲੋਂ ਲਿਖੇ ਗਏ ਅਤੇ ਕਿਸੇ ਤਰੀਕੇ ਨਾਲ ਬ੍ਰਿਟਿਸ਼ ਗਵਰਨਮੈਂਟ ਨੂੰ ਭਿਜਵਾ ਦਿੱਤੇ ਗਏ, ਜਿਨ੍ਹਾਂ ਦੇ ਪਹੁੰਚਣ ਨਾਲ ਪਹਿਲੇ ਪਹਿਲ ਤਾਂ ਅੰਗਰੇਜ਼ਾਂ ਵਿੱਚ ਬੜੀ ਹਫੜਾ ਤਫੜੀ ਖਿਲਰ ਗਈ ਅਤੇ ਕਈ ਵੱਡੇ ਅੰਗਰੇਜ਼ ਅਫਸਰਾਂ ਦਾ ਇਹ ਖਿਆਲ ਹੋ ਗਿਆ ਕਿ ਮਹਾਰਾਜਾ ਨੌਨਿਹਾਲ ਸਿੰਘ ਅੰਗਰੇਜ਼ਾਂ ਦਾ ਵੈਰੀ ਹੈ। ਪਰ ਦੋਹਾਂ ਧਿਰਾਂ ਦੇ ਚੰਗੇ ਭਾਗਾਂ ਨਾਲ ਉਸ ਸਮੇਂ ਦਾ ਪੋਲੀਟੀਕਲ ਏਜੰਟ ਮਿਸਟਰ ਕਲਾਰਕ ਇੱਕ ਬੜਾ ਨੇਕ ਦਿਲ ਅਤੇ ਚਾਤਰ ਅੰਗਰੇਜ਼ ਸੀ, ਜਿਸ ਨੂੰ ਇਹ ਖੱਤ ਹੂਬਹੂ ਗਵਰਨਮੈਂਟ ਵੱਲੋਂ ਪੜਤਾਲ ਲਈ ਭੇਜੇ ਗਏ। ਆਪ ਨੇ ਇਹਨਾਂ ਖੱਤਾਂ ਦੀ ਬੜੀ ਯੋਗਤਾ ਤੇ ਕੋਸ਼ਿਸ਼ ਨਾਲ ਖੋਜ ਪੜਤਾਲ ਕੀਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਇਹ ਖੱਤ ਸਾਫ਼ ਬਨਾਵਟੀ ਤੇ ਜਾਲੀ ਸਾਬਤ ਹੋਏ। ਇਸ ਦੇ ਪਿੱਛੋਂ ਮਹਾਰਾਜਾ ਨੇ ਫੈਸਲਾ ਕਰ ਲਿਆ ਕਿ ਜਿਸ ਤਰ੍ਹਾਂ ਹੋ ਸਕੇ ਧਿਆਨ ਸਿੰਘ ਦੀ ਪਕੜ ਤੋਂ ਆਪਣੇ ਆਪ ਨੂੰ ਸੁਤੰਤਰ ਕਰ ਲਿਆ ਜਾਏ। ਇਸ ਉੱਪਰ ਲਿਖੀ ਘਟਨਾ ਦਾ ਜ਼ਿਕਰ ਕਨ੍ਹਈਆ ਲਾਲ ਇਸ ਤਰ੍ਹਾਂ ਲਿਖਦਾ ਹੈ ਕਿ ਇਹਨਾਂ ਖੱਤਾਂ ਦੇ ਜਾਲੀ ਸਾਬਤ ਹੋ ਜਾਣ ਦੇ ਬਾਅਦ ਮਹਾਰਾਜਾ ਨੌਨਿਹਾਲ ਸਿੰਘ ਇਸ ਇਰਾਦੇ ਪਰ ਦ੍ਰਿੜ ਹੋ ਗਿਆ ਕਿ ਕਿਸੇ ਤਰ੍ਹਾਂ ਧਿਆਨ ਸਿੰਘ ਦੇ ਅਖਤਿਆਰਾਤ ਖਾਲਸਾ ਸਲਤਨਤ ਵਿੱਚੋਂ ਘਟਾ ਦਿੱਤੇ ਜਾਣ ਅਤੇ ਬਿਨਾਂ ਉਸ ਦੇ ਦਖਲ ਦੇ ਰਾਜ ਪ੍ਰਬੰਧ ਨੂੰ ਮਹਾਰਾਜਾ ਆਪ ਚਲਾਏ। 6ਵਾਂ,
इस घटना पर जरनैल गफ अपनी पुस्तक विच लिखदा है कि चेत सिंह दे कतल दे बाद नौनिहाल सिंह पंजाब दा महाराजा ते ध्यान सिंह वजीर बनिया, पर थोड़े समय दे वरतावे तो ही ध्यान सिंह नूं मालूम हो गया कि उसकी यह तजवीज़ उस लई लाभदायक नहीं हो सकती, क्योंकि नौनिहाल सिंह ने इस गल नूं पूरी तरह समझ लिया सी कि जम्मू दियां डोगरियां दे अधिकार बेहद वधे होए हन। हुण उसने इन्हां दी ताकत नूं तोड़न दा पक्का इरादा कर लिया। इन्हां दिनां विच महाराजा खड़क सिंह चलाना कर गया अते महाराजा नौनिहाल सिंह दी उसे दिन रस्मिया तख्त नशीनी होनी सी, पर ठीक ताजपोशी दे दिन ही उसनूं एक कातलाना घटना पेश आई जिस दे करता धरता जम्मू दे डोगरे भाई ही ख्याल कीते जांदे सन। मिस्टर पानीकर ने राजा गुलाब सिंह दे जीवन बिरतांत विच लिखिया है, महाराजा खड़क सिंह दा पुत्तर नौनिहाल सिंह बड़ा चतर, सियाणा अते उच्ची मत वाला नौजवान शहजादा सी। उस दा अटल इरादा सी कि वह गुलाब सिंह ते ध्यान सिंह नूं मुका देवे। इस गल दा उसने पूरा फैसला कर लिया सी कि जम्मू पर चढ़ाई करके उन्हां दी ताकत नूं तोड़ दिता जाए अते उन्हां दे सारे ठेके खत्म कर दिते जाण। डोगरियां दी कई साल तो प्राप्त कीती हुई ताकत दा तोड़ना कोई सौखा काम नहीं सी। शहजादे ने यह काम बड़ी सियाणप भरे तरीके नाल करना आरंभिया। इस सिलसिले विच उसने पहला कदम यह उठाया कि डोगरियां दे संबंधी राजा मंड दी रियासत फतेह करके इत्थे दे प्रसिद्ध किले कमलागढ़ विच बहुत सारी खालसा फौज दा रखना सी। इस दे बाद सिद्धा जम्मू पर चढ़ाई कर देण दा फैसला कीता सी, पर इन्हां दिनां विच अचानक काबल विच अंग्रेजां दे विरुद्ध बगावत खिलर गई, जिस दे कारण शहजादा नौनिहाल सिंह नूं जम्मू वल्लों इरादा हटा के अपना सारा ध्यान अफगानिस्तान वल देना पिया, जिस करके जम्मू की सुधाई कुछ समय लिए रुक गई। महाराजे दे इन्हां सारे इरादियां तो ध्यान सिंह चंगी तरह जाणू सी। इस तरह दीयां अनेकां इतिहासक लिखतां विचों असां केवल नमूने मात्र उपर कुछ कु पाठकां दी दृष्टि गोचर कीतियां हन, जिन्हां तो साफ सिद्ध हुंदा है कि ध्यान सिंह उस समय महाराजा नौनिहाल सिंह दे खून दा प्यासा सी। इन्हां लिखती सबूतां नूं विचार के पाठक आप ही फैसला करन कि महाराजा नौनिहाल सिंह दी मौत दी जिम्मेवारी ध्यान सिंह पर किन्नी कु आउंदी है। इस पड़चोल दा संखेप यह है। पहला, महाराजा नौनिहाल सिंह दे फट्टड़ हुंदियां ही ध्यान सिंह ने बिना किसी जिम्मेवार सिख सरदार नूं नाल रलाण दे उसदी फट्टड़ देह नूं अपने कब्जे विच कर लेना। इस समय इस दे पास केवल 2 डोगरे उसदे भरोसे वाले नौकर सन, कोई सिख नहीं सी। दूजा, उसदे लागे उसदे किसी शुभ चिंतक नूं ना पहुंचण देना। तीजा, उसदी प्यारी मां नूं जो ਜ਼ਾਰੋ ਜ਼ਾਰ ਕੀਰਨੇ ते वास्ते पा रही सी, ध्यान सिंह दा उसनूं पुत्र कोल ना जाण देना। चौथा, उसदी महाराणी नानकी जी अपने सरताज पति दे अंतले दर्शनां लई हाड़े कढ़दी रही सी, पर इसनूं ध्यान सिंह उसदा मूँह तक नहीं दसदा। पंजवां, तीजे दिन जद बदो बदी संधावालिया सरदारां ने किले का दरवाजा खुलाया तो अगे महाराजा नूं 3 दिनां दा मरदा पिया डिठा। इन्हां वाकियातां नूं विचारियां एक मोटी समझ दा आदमी भी इस नतीजे पर पहुंच सकदा है कि महाराजा नौनिहाल सिंह दी मौत दा करता धरता कौन सी। यह फैसला असी अपने पाठकां पर छड्डदे हां। इस विच रंचक मात्र भी संशय लई थां नहीं अते ध्यान सिंह दे विरुद्ध लिखती ते कहावती इतना मुकम्मल सबूत मौजूद है कि जिस थल्ले ਉਹ ਦੱਬਿਆ ਪਿਆ है। पर जिथे असी ध्यान सिंह नूं इस महा अत्याचार ਦਾ ਭਾਗੀ ਗਿੰਦੇ ਹਾਂ, ਉੱਥੇ ਉਸ ਸਮੇਂ ਦੇ ਸਿੱਖ ਸਰਦਾਰ ਵੀ ਕਿਸੇ ਤਰ੍ਹਾਂ ਘੱਟ ਜ਼ਿੰਮੇਵਾਰ ਨਹੀਂ ਹੋ ਸਕਦੇ। ਸਾਡੇ ਦਿਲ ਵਿੱਚ ਸਰਦਾਰ ਲਹਿਣਾ ਸਿੰਘ ਮਜੀਠੀਏ ਕੈਸਰਲ ਇਕਤਦਾਰ ਹਿੱਸਾ ਮੁਲਦੌਲਾ ਦੇ ਸਤਿਕਾਰ ਲਈ ਡੂੰਘੀ ਥਾਂ ਹੈ। बेशक आपने खालसा राज के वाधे लिए बड़ियां घालां घालियां सन। जिथे आप बहादुर जरनैल सन, उत्थे नाल ही अदुੱਤੀ इंजीनियर ते रोशन दिमाग काढां कढ़ण वाले सन। आप दीयां बनाईयां होईयां तोपां, सूरजमुखी, जंग बिजली, अजदहा अते शरपलन पाटवें गोलियां दी बनावट ने उस समय दे अंग्रेजी अफसरां नूं हैरानी विच पा दित्ता सी। आप दी बनाई हुई धर्म कड़ी नूं देख के श्री पंजाब इन्ने गदगद होए सन कि भरे दरबार विचों उठ के आप नूं गले नाल लाया
ਤੇ ਖਾਲਸਾ ਰਾਜ ਦਾ ਮਾਣਯੋਗ ਮਰਤਬਾ ਖਿਤਾਬ ਕੈਸਰੋਲ ਇਕਤਦਾਰ ਆਪ ਨੂੰ ਬਖਸ਼ਿਆ। ਪਰ ਇਸ ਸਮੇਂ ਆਪਣੇ ਪਿਆਰੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਸਿੱਖ ਰਾਜ ਦੇ ਵੈਰੀਆਂ ਦੇ ਹੱਥ ਸੌਂਪ ਕੇ ਆਪ ਦਾ ਰੁੱਸ ਕੇ ਆਪਣੀ ਹਵੇਲੀ ਵਿੱਚ ਜਾ ਬੈਠਣਾ ਤੇ ਮਨ ਹੀ ਮਨ ਵਿੱਚ ਕਲਪਨਾ ਕੀ ਅਰਥ ਰੱਖਦਾ ਸੀ ਅਤੇ ਇਹ ਕਿੱਥੇ ਦੀ ਦੂਰ ਦ੍ਰਿਸ਼ਟੀ ਸੀ। ਇਸ ਗੱਲ ਦਾ ਭਰੋਸੇਯੋਗ ਤਵਾਰੀਖੀ ਸਬੂਤ ਮੌਜੂਦ ਹੈ ਕਿ ਆਪ ਨੇ ਫੱਟੜ ਮਹਾਰਾਜਾ ਸਾਹਿਬ ਦੀ ਪਾਲਕੀ ਨਾਲ ਕਿਲੇ ਅੰਦਰ ਜਾਣਾ ਚਾਹਿਆ ਸੀ, ਪਰ ਧਿਆਨ ਸਿੰਘ ਦੇ ਮਨਾ ਕਰਨ ਪਰ ਆਪ ਦਾ ਉੱਥੇ ਹੀ ਰੁਕ ਜਾਣਾ ਕਿ ਆਪ ਦੀ ਬੀਰਤਾ ਅਣਖ ਤੇ ਮਰਾਤਬੇ ਦੇ ਅਨੁਕੂਲ ਸੀ। ਆਪ ਨੇ ਉਸ ਵਕਤ ਇੰਨਾ ਵੀ ਨਾ ਸੋਚਿਆ ਕਿ ਆਪ ਮਹਾਰਾਜਾ ਨੌਨਿਹਾਲ ਸਿੰਘ ਦੀ ਕੀਮਤੀ ਜਾਨ ਉਸ ਮਾਲਕ ਧਰੋਹੀ ਦੇ ਹੱਥ ਸੌਂਪਣ ਲੱਗੇ ਹੋ ਜਿਸ ਦੇ ਹੱਥ ਸਰਦਾਰ ਚੇਤ ਸਿੰਘ ਦੇ ਖੂਨ ਨਾਲ ਰੰਗੇ ਹੋਏ ਸਨ। ਹਾਏ, ਆਪ ਖਾਲਸੇ ਦੇ ਪਿਆਰੇ ਮਹਾਰਾਜੇ ਦੀ ਜ਼ਿੰਦਗੀ ਦੀ ਡੋਰ ਉਸਦੇ ਹੱਥ ਫੜਾ ਚੱਲੇ ਹੋ ਜਿਸ ਦੇ ਮਸਤਕ ਪਰ ਧਰਮੀ ਤੇ ਬਦੋਸ਼ੀ ਮਹਾਰਾਜਾ ਖੜਕ ਸਿੰਘ ਦੀ ਮੌਤ ਦਾ ਕਲੰਕੀ ਟਿੱਕਾ ਲੱਗਿਆ ਹੋਇਆ ਸੀ। ਉਸ ਨਾਜ਼ੁਕ ਸਮੇਂ ਭਾਵੇਂ ਆਪ ਨੂੰ ਆਪਣੀ ਜਾਨ ਵੀ ਵਾਰਨੀ ਪੈਂਦੀ, ਆਪ ਨੂੰ ਆਪਣੇ ਮਹਾਰਾਜੇ ਦੀ ਪਾਲਕੀ ਆਪਣੀ ਹੱਥੀਂ ਜਮਦੂਤਾਂ ਦੇ ਹੱਥ ਨਹੀਂ ਸੀ ਸੌਂਪਣੀ ਚਾਹੀਦੀ। ਆਪ ਦੀ ਇਸ ਗਫਲਤ ਨੇ ਖਾਲਸੇ ਦੇ ਚਮਕਦੇ ਸੂਰਜ ਨੂੰ ਸਦਾ ਲਈ ਕਾਲੀਆਂ ਘਟਾਂ ਵਿੱਚ ਛੁਪਾ ਦਿੱਤਾ। ਸੰਧਾ ਵਾਲੀਏ ਸਰਦਾਰੋ, ਆਪ ਤਾਂ ਮਹਾਰਾਜਾ ਨੌਨਿਹਾਲ ਸਿੰਘ ਦੇ ਨਜ਼ਦੀਕੀ ਸੰਬੰਧੀ ਸੌ, ਤੇਜ ਅਤੇ ਪ੍ਰਤਾਪ ਵਾਲੇ ਲੋਕ ਮੰਨੇ ਜਾਂਦੇ ਸੌ, ਤੁਹਾਡਾ ਦਬਦਬਾ ਸਾਰੇ ਮੰਨਦੇ ਸਨ। ਆਪ ਨੇ ਜਿਸ ਨਿਡਰਤਾ ਨਾਲ ਕਿਲੇ ਦਾ ਦਰਵਾਜ਼ਾ ਤੀਜੇ ਦਿਨ ਜ਼ੋਰ ਨਾਲ ਧਿਆਨ ਸਿੰਘ ਤੋਂ ਖੁਲਵਾਇਆ ਸੀ, ਜੇ ਇਹੀ ਤਾਕਤ ਆਪ ਪਹਿਲੇ ਦਿਨ ਉਸੇ ਘੜੀ ਵਰਤਦੇ ਜਿਸ ਘੜੀ ਧਿਆਨ ਸਿੰਘ ਨੇ ਕਿਲੇ ਦੇ ਦਰਵਾਜ਼ੇ ਬੰਦ ਕਰਵਾਏ ਸਨ, ਤਾਂ ਇਹ ਦੁਖਦਾਈ ਖਿਆਲ ਜੋ ਸਿੱਖ ਮਾਤਰ ਦੇ ਮਨ ਵਿੱਚ ਉਪਜ ਕੇ ਹਿਰਦਿਆਂ ਨੂੰ ਅਤਿਅੰਤ ਦੁਖੀ ਕਰ ਦਿੰਦਾ ਹੈ ਕਿ ਕਈ ਲੱਖ ਖਾਲਸੇ ਦਾ ਮਹਾਰਾਜਾ ਗੈਰ ਸਿੱਖਾਂ ਦੇ ਹੱਥਾਂ ਵਿੱਚ ਤੜਫ ਕੇ ਤੇ ਪਾਣੀ ਦੇ ਇੱਕ ਘੁੱਟ ਲਈ ਵਿਲਕਦਾ ਹੋਇਆ ਅੰਤ ਸਮੇਂ ਆਪਣੀ ਸੁੱਕੀ ਜੀਭ ਨੂੰ ਤਰ ਕਰਨ ਤੋਂ ਬਿਨਾਂ ਹੀ ਮਰ ਗਿਆ। ਭਾਵੇਂ ਉਹ ਲੱਖਾਂ ਫੌਜਾਂ ਦਾ ਮਾਲਕ ਤੇ ਕਈ ਕਰੋੜ ਪਰਜਾ ਦਾ ਸਰਤਾਜ ਸੀ, ਪਰ ਅੰਤ ਸਮੇਂ ਉਸ ਦੇ ਲਾਗੇ ਇੱਕ ਗੁਰੂ ਸਿੱਖ ਵੀ ਮੌਜੂਦ ਨਹੀਂ ਸੀ ਜਿਹੜਾ ਘੱਟੋ ਘੱਟ ਮੂਲ ਮੰਤਰ ਦਾ ਪਾਠ ਤਾਂ ਮਹਾਰਾਜੇ ਦੇ ਅੰਤਮ ਸਮੇਂ ਕਰਦਾ। ਆਕਾਸ਼ ਅੱਜ ਅਟਾਰੀ ਵਾਲੇ ਬਹਾਦਰ ਸਰਦਾਰ ਸ਼ਾਮ ਸਿੰਘ ਜੀ ਆਪ ਕਿਤੇ ਲਾਗੇ ਹੀ ਹੁੰਦੇ ਅਤੇ ਆਪਣੀ ਲਾਡਲੀ ਪੁੱਤਰੀ ਮਹਾਰਾਣੀ ਨਾਨਕੀ ਜੀ ਦੇ ਕੋਮਲ ਹੱਥ ਆ ਕੇ ਦੇਖਦੇ ਕਿ ਉਸਨੇ ਆਪਣੇ ਪ੍ਰਾਣ ਪਿਆਰੇ ਪਤੀ ਦੇ ਬਿਰਹਾ ਵਿੱਚ ਕਿਲੇ ਦੇ ਬੰਦ ਦਰਵਾਜ਼ੇ ਖੁਲਾਉਣ ਲਈ ਲਹੂ ਲੁਹਾਨ ਕਰ ਲਏ ਸਨ, ਤਾਂ ਆਪ ਦਾ ਨਿਡਰ ਦਿਲ ਛਲਕਾ ਖਾਂਦਾ ਤੇ ਭਾਵੇਂ ਕਿਲੇ ਦੇ ਦਰਵਾਜ਼ੇ ਅੱਗੇ ਆਪ ਨੂੰ ਤੋਪਾਂ ਹੀ ਕਿਉਂ ਨਾ ਬੀੜਨੀਆਂ ਪੈਂਦੀਆਂ, ਪਰ ਇੱਕ ਵਾਰੀ ਤਾਂ ਜ਼ਰੂਰ ਆਪਣੇ ਪਿਆਰੇ ਨੌਨਿਹਾਲ ਸਿੰਘ ਕੋਲ ਅੰਤਲੀ ਘੜੀ ਜਾ ਹੀ ਪਹੁੰਚਦੇ। ਹਾਏ, ਕੋਈ ਉੱਡ ਕੇ ਜਾਓ ਤੇ ਬਹਾਦਰ ਸ਼ਾਮ ਸਿੰਘ ਨੂੰ ਖਬਰ ਦੇਵੋ ਕਿ ਖਾਲਸੇ ਦਾ ਅਦੁੱਤੀ ਮਹਾਰਾਜਾ ਅਤੇ ਆਪ ਦੀ ਲਾਡਲੀ ਬੱਚੀ ਦਾ ਸਰਤਾਜ ਅਣਿਆਈ ਮੌਤੇ ਮਾਰਿਆ ਜਾ ਰਿਹਾ ਜੇ। ਇਸ ਦੇ ਉਪਰੰਤ ਰਾਜਾ ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਦੀ ਮੌਤ ਦੀ ਖਬਰ ਜਦ ਤੀਜੇ ਦਿਨ ਮਹਾਰਾਣੀ ਚੰਦ ਕੌਰ ਨੂੰ ਦੱਸੀ ਤਾਂ ਨਾਲ ਹੀ ਸਭ ਤੋਂ ਪਹਿਲੀ ਤਜਵੀਜ਼ ਇਹ ਪੇਸ਼ ਕੀਤੀ ਕਿ ਇਸ ਸਮੇਂ ਖਾਲਸਾ ਰਾਜ ਤਬਾਹੀ ਤੋਂ ਕੇਵਲ ਇੱਕ ਹੀ ਸੂਰਤ ਨਾਲ ਬਚ ਸਕਦਾ ਹੈ ਅਤੇ ਉਹ ਇਹ ਹੈ ਕਿ ਮਹਾਰਾਣੀ ਚੰਦ ਕੌਰ ਇਸ ਦੇ ਪੁੱਤਰ ਹੀਰਾ ਸਿੰਘ ਨੂੰ ਮੁਤਬੰਨਾ ਬਣਾ ਕੇ ਆਪਣੀ ਝੋਲੀ ਪਾ ਲਏ ਅਤੇ ਰਾਣੀ ਉਸ ਦੀ ਸਰਪ੍ਰਸਤ ਹੋ ਕੇ ਪੰਜਾਬ ਦਾ ਰਾਜ ਕਰੇ। ਪਰ ਭਲਾ ਹੋਵੇ ਭਾਈ ਗੁਰਮੁਖ ਸਿੰਘ ਜੀ ਤੇ ਮਿਸਰ ਬੋਲੀ ਰਾਮ ਜੀ ਦਾ, ਜਿਨ੍ਹਾਂ ਨੇ ਇਸ ਸਮੇਂ ਧਿਆਨ ਸਿੰਘ ਦੀ ਇਸ ਤਜਵੀਜ਼ ਦੀ ਬੜੀ ਜ਼ੋਰਦਾਰ ਵਿਰੋਧਤਾ ਕੀਤੀ ਅਤੇ ਸਾਫ਼ ਆਖ ਦਿੱਤਾ ਕਿ ਸਾਡੇ ਜਿਉਂਦੇ ਜੀ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਦਾ ਵਾਰਸ ਉਸ ਦੀ ਔਲਾਦ ਸ਼ਾਹਜ਼ਾਦਾ ਸ਼ੇਰ ਸਿੰਘ ਦੇ ਮੌਜੂਦ ਹੁੰਦਿਆਂ ਅਸੀਂ ਕਿਸੇ ਬਾਹਰ ਦੇ ਆਦਮੀ ਨੂੰ ਇਸ ਦਾ ਹੱਕਦਾਰ ਨਹੀਂ ਹੋਣ ਦਿਆਂਗੇ। ਜਿਸ ਕਰਕੇ ਉਸ ਸਮੇਂ ਇਹ ਚਾਲ ਨੇਪਰੇ ਨਾ ਚਾੜ ਸਕੀ ਤੇ ਖਾਲਸਾ ਰਾਜ ਗੈਰਾਂ ਦੇ ਹੱਥ ਜਾਣ ਤੋਂ ਬਚਾ ਲਿਆ ਗਿਆ। ਪਰ ਇਹ ਗੱਲ ਬੜੇ ਦੁਖਤ ਹਿਰਦੇ ਨਾਲ ਲਿਖਣੀ ਪੈਂਦੀ ਹੈ ਕਿ ਇਸ ਵਿਰੋਧਤਾ ਬਦਲੇ ਇਹਨਾਂ ਦੋਹਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ ਸਨ। ਇਸ ਬਾਰੇ ਸਰ ਲੈਪਲ ਗ੍ਰਿਫਨ ਲਿਖਦਾ ਹੈ, ਹੀਰਾ ਸਿੰਘ ਦੇ ਤਾਕਤ ਫੜਦਿਆਂ ਹੀ ਉਸਨੇ ਗਿਆਨੀ ਗੁਰਮੁਖ ਸਿੰਘ ਅਤੇ ਉਸਦੇ ਮਿੱਤਰ ਮਿਸਰ ਬੇਲੀ ਰਾਮ ਨੂੰ ਕੈਦ ਕਰਕੇ ਸ਼ੇਖ ਇਮਾਮਦੀਨ ਦੀ ਰਾਹੀਂ ਇਹਨਾਂ ਨੂੰ ਕਤਲ ਕਰਵਾ ਦਿੱਤਾ। ਅਫਸੋਸ ਹੈ ਕਿ ਇਮਾਮਦੀਨ ਨੇ ਇਹਨਾਂ ਨੂੰ ਆਪਣੀ ਹਵੇਲੀ ਦੇ ਅੰਦਰ ਐਸੀ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰਿਆ ਕਿ ਇਹਨਾਂ ਦੀਆਂ ਲਾਸ਼ਾਂ ਦਾ ਵੀ ਪਤਾ ਨਾ ਲੱਗ ਸਕਿਆ। ਮਹਾਰਾਜਾ ਨੌਨਿਹਾਲ ਸਿੰਘ ਦੇ ਗੁਣ ਅਵਗੁਣਾਂ ਪਰ ਵਿਚਾਰ।
महाराजा नौनिहाल सिंह चेहरे मोहरे विच अपने जगत प्रसिद्ध दादा महाराजा रणजीत सिंह शेरे पंजाब नाल मिलदा जुलदा सी। उसकी उम्र इस वक्त मौत समय 20 साल 8 महीने 22 दिन की चढ़ती जवानी के जोबन विच सी। उसका चेहरा बड़ा ही पुररोब सी। कद खासा लम्मा, अखां बड़ियां मोटियां ते खास कशिश वालियां सन। चेहरे की नुहार इन्नी मनमोहनी सी कि आप दे दर्शन कीतियां मन नूं ठंड पैंदी सी। आप जी दियां मुछां अजे नवीआं नवीआं ही फुट्टियां सन। चेहरे ते छोटा छोटा भरवां दाड़ा अजे उभरिया ही सी, जिस नाल मुखड़ा बड़ी जलाली ते शानदार दसदा सी। उस समय दे लिखे होए जिस इतिहास नूं खोल के पढ़ो, ओह इस नौजवान महाराजे दी महिमा ते गुणां नाल भरपूर पाओगे। आप जी हर एक श्रेणी विच सत्कारे ते प्यारे जांदे सन। फौजी खालसा तां आप तो वारने जांदा सी। सरदार सन कि आप लई पसीने दी थां अपना लहू डोलन लई हर वक्त तत्पर रहिंदे सन। शेरे पंजाब महाराजा रणजीत सिंह जी अपनी 6 एकड़ दी उम्र विच यह गल भरे दरबार विच बड़े फखर नाल कहिंदे हुंदे सन, मैं खालसे नूं अपना ऐसा जानशीन वारस नौनिहाल सिंह दे चलिया हां जिस नूं खालसा हर पहलू तो इस वड्डी सल्तनत दे वधे राखी लई मुकम्मल पाएगा। डॉक्टर मैकग्रैगर दी हिस्टरी पढ़िया महाराजा नौनिहाल सिंह दी समूह गुण भूषित तस्वीर अखां अगे आ खलोंदी है। इहो डॉक्टर लिखदा है कि महाराजा रणजीत सिंह जी दे चलान पिछों सब दियां अखां उसदे लायक पोतरे अते खालसे दे हरमन प्यारे शहजादे नौनिहाल सिंह वल लगियां होईयां सन। जिस तरह वह शहजादा अपनी सूरत मूरत अते कद बुत विच अपने बहादुर दादे दा एक सरूप सी, उसे तरह महाराजा रणजीत सिंह दे उच्च गुणां नाल भी वह शहजादा मिलदा सी। वह फौजां विच अत प्यारा ते सत्कारिया जांदा सी, क्योंकि वह बचपन तो ही सिपाही सी। जिथे वह निडर सूरमा सी, उत्थे वह अमिट जोशीला नौजवान सी। महाराजा रणजीत सिंह शहजादा नौनिहाल सिंह दे नाम पर बड़ा फखर करदा हुंदा सी अते मुहब्बत भरे दिल नाल एक पेशीन गोई करदा हुंदा सी कि मैं खालसे नूं समूह गुण निपुण अपना जानशीन दे चलिया हां। जो जो काम मेरे जीवन विच मेरे तो अदवाटे बाकी रह गए हन, उन्हां नूं ओह पूरा करेगा अते ओह खालसा राज दा पूरा राखा साबित होवेगा। निक्की उम्र विच ही इस दे सिर पंजाब वर्गी वड्डी सल्तनत दे प्रबंध दा भार आ पैना अते उस नूं बड़ी खूबी नाल चलाउणा साफ साबित करदा सी कि ओह राज प्रबंध विच एक उच्च आचरण दा नमूना सी। हालांकि उस दे आले दुआले हर वक्त ऐसे गिरे हुए आचरण दे अणमती अहलकार रहिंदे सन, जिन्हां दे मौजूद हुंदियां नेक चलन रहना इसे सूरमे दा ही काम सी। इलन दी हिस्टरी विच लिखत आउंदी है कि नौनिहाल सिंह महाराजा खड़क सिंह दा इकलौता पुत्र सी। उसकी उम्र 20 साल तो वध नहीं सी, पर इस नौजवान पर खालसे दियां बड़ियां आसां लगियां होईयां सन, क्योंकि वह बड़ा ही दलेर फुरतीला अते उच्च विचारां दा मालक सी। वह बड़े उच्चे चाल चलन दा महाराजा सी। तेज मिजाजी तो छुट बाकी सारे गुण लगभग उसनूं अपने दादे तो प्राप्त सन। उसदे मेल मिलाप का तरीका दूजियां दे दिलां नूं मोहित कर लैण वाला सी। आप दे चाल चलन बाबत कर्नल गार्नर लिखता है कि शहजादा नौनिहाल सिंह नूं करतार दी बख्शी हुई योग्यता अते अपने उच्च आचरण दे कारण वड्डी नामवरी प्राप्त सी। महाराजा नौनिहाल सिंह दे अदुੱਤੀ आचरण अते उच्च गुणां दा असर इन्ना प्रबल सी कि सर लैपल ग्रिफन वर्गा लेखक, जो किसी नामालूम कारण करके नौनिहाल सिंह दियां खूबियां नूं लिखण लग्गियां झिझकदा मालूम हुंदा सी, इत्थे पहुंच के मजबूर जिहा हो जांदा है ते लिखदा है कि इस विच शक नहीं कि नौजवान नौनिहाल सिंह बड़े ही उच्चियां इरादियां दा मालक ते डाढा निडर ते अणखी योद्धा सी। उसदे उच्चे इरादे अते चतुरता तो पूरी आस सी कि वह खालसा सल्तनत की उस हदबंदी नूं जो शेरे पंजाब ने कायम की सी होर अगे वधा देवेगा अते इस गल का फैसला उस कर भी लिया सी। ओदी दिली चाहना यह सी कि खालसा राज नूं ना केवल सिंध अफगानिस्तान तक वधाया जाए, बल्कि खालसे दा बन्ना हिंदू कुश दियां पहाड़ियां तो भी अगे पहुंचाया जाए। वह संसार नूं यह गल
ਦੱਸਣ ਦਾ ਚਾਹਵਾਨ ਸੀ ਕਿ ਮਹਿਮੂਦ ਗਜ਼ਨਵੀ ਤੇ ਤੈਮੂਰ ਦੇ ਹਮਲਿਆਂ ਦਾ ਬਦਲਾ ਲੈਣਾ ਉਸ ਲਈ ਕੋਈ ਔਖਾ ਕੰਮ ਨਹੀਂ। ਜੇ ਕਦੀ ਉਸ ਦੀ ਉਮਰ ਸਾਥ ਨਿਭਾਉਂਦੀ ਤਾਂ ਇਹਨਾਂ ਇਰਾਦਿਆਂ ਦੇ ਪੂਰਾ ਕਰਨ ਦੀਆਂ ਤਿਆਰੀਆਂ ਉਸਨੇ ਆਰੰਭ ਦਿੱਤੀਆਂ ਸਨ। ਸਿੱਖ ਇਤਿਹਾਸ ਦਾ ਪ੍ਰਸਿੱਧ ਲੇਖਕ ਕਨਿੰਗਮ ਉੱਪਰਲੀ ਲਿਖਤ ਪਰ ਹੋਰ ਵੱਧ ਕੇ ਰੌਸ਼ਨੀ ਪਾਉਂਦਾ ਹੋਇਆ ਲਿਖਦਾ ਹੈ ਕਿ ਸ਼ਹਿਜ਼ਾਦਾ ਨੌਨਿਹਾਲ ਸਿੰਘ 20 ਸਾਲਾਂ ਦੀ ਉਮਰ ਵਿੱਚ ਮਾਰ ਦਿੱਤਾ ਗਿਆ। ਉਹ ਲਾਇਕ ਤੇ ਜ਼ਬਰਦਸਤ ਬਾਦਸ਼ਾਹ ਸੀ। ਜੇ ਕਦੇ ਉਸ ਦੀ ਉਮਰ ਵਫਾ ਕਰਦੀ ਤਾਂ ਉਹ ਆਪਣੀ ਸਲਤਨਤ ਨੂੰ ਇਲਾਕਾ ਸਿੰਧ ਅਤੇ ਅਫਗਾਨਿਸਤਾਨ ਤੱਕ ਵਧਾਉਣ ਤੋਂ ਛੁੱਟ ਹਿੰਦੂ ਕੁਸ਼ ਦੀਆਂ ਪਹਾੜਾਂ ਤੋਂ ਵੀ ਅੱਗੇ ਪਹੁੰਚਾਉਣ ਦੇ ਉੱਚੇ ਇਰਾਦੇ ਰੱਖਦਾ ਸੀ। ਉਹ ਦਿਲੋਂ ਚਾਹੁੰਦਾ ਸੀ ਕਿ ਇਹ ਗੱਲ ਸਾਬਤ ਕਰ ਦਿੱਤੀ ਜਾਏ ਕਿ ਮਹਿਮੂਦ ਅਤੇ ਤੈਮੂਰ ਦੇ ਹਿੰਦ ਪਰ ਹਮਲਿਆਂ ਦਾ ਬਦਲਾ ਇਸੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਲੈ ਸਕਦੇ ਹਨ। ਠੀਕ ਇਸੇ ਭਾਵ ਦੀ ਪ੍ਰੋੜਤਾ ਇੱਕ ਮੁਸਲਮਾਨ ਇਤਿਹਾਸਕਾਰ ਭਾਈ ਦੀ ਲੇਖਣੀ ਤੋਂ ਹੁੰਦੀ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਜਦ ਕਿ ਅਸੀਂ ਦੇਖਦੇ ਹਾਂ ਕਿ ਸਾਡਾ ਇਹੋ ਭਾਈ ਆਪਣੇ ਤਨ ਵਿੱਚ ਸਿੱਖਾਂ ਲਈ ਬੜਾ ਹੀ ਪੱਖਪਾਤੀ ਦਿਲ ਰੱਖਦਾ ਹੈ ਅਤੇ ਪੰਜਾਬ ਦਾ ਇਤਿਹਾਸ ਲਿਖਦਾ ਹੋਇਆ ਕੋਈ ਮੌਕਾ ਹੱਥੋਂ ਨਹੀਂ ਖੁਸਣ ਦਿੰਦਾ, ਜਦ ਕਿ ਇਹ ਸਿੱਖਾਂ ਤੇ ਕੋਈ ਨਾ ਕੋਈ ਕਲਮੀ ਚੋਟ ਨਾ ਕਰਦਾ ਹੋਵੇ। ਸਾਡੀ ਮੁਰਾਦ ਸਈਦ ਸਾਹਿਬ ਸਈਦ ਮੁਹੰਮਦ ਲਤੀਫ ਤੋਂ ਹੈ, ਪਰ ਵਾਰੇ ਜਾਈਏ ਸ਼ਹਿਜ਼ਾਦਾ ਨੌਨਿਹਾਲ ਸਿੰਘ ਦੀ ਬਾਕਮਾਲ ਸ਼ਖਸੀਅਤ ਤੋਂ, ਜਿਸ ਨੇ ਸ਼ਾਹ ਸਾਹਿਬ ਦੀ ਕਲਮ ਤੋਂ ਵੀ ਆਪਣੇ ਲਈ ਇਹ ਕੁਝ ਲਿਖਵਾਉਣ ਲਈ ਉਸਨੂੰ ਬੇਵਸਾ ਕਰ ਦਿੱਤਾ। ਸਈਦ ਮੁਹੰਮਦ ਲਤੀਫ ਦੀ ਤਾਰੀਖ ਪੰਜਾਬ ਦੀ ਉਰਦੂ ਕਾਪੀ ਜੋ ਸਤੰਬਰ ਸੰਨ 1880 ਵਿੱਚ ਲਿਖੀ ਗਈ ਸੀ, ਉਸਦੇ ਸਫਾ 144 ਪਰ ਇਸ ਤਰ੍ਹਾਂ ਲਿਖਿਆ ਹੈ, ਜਿਸ ਨੂੰ ਅਸੀਂ ਹੂਬਹੂ ਉਸਦੇ ਆਪਣੇ ਲਫ਼ਜ਼ਾਂ ਵਿੱਚ ਪਾਠਕਾਂ ਦੀ ਦ੍ਰਿਸ਼ਟੀ ਗੋਚਰਾ ਕਰਦੇ ਹਾਂ। नौनिहाल सिंह निहायत लायक और होनहार जवान था और बड़ी उमंगे दिल में रखता था। इसमें शक नहीं कि अगर नौनिहाल सिंह की जिंदगी वफा करती तो उसकी अल्लोल अज़मी उसको निचला ना बैठने देती और वो सिंध और अफगानिस्तान का रुख करता और हिंदू कुश से पार होकर साबित करता कि महमूद व तैमूर के फतवात का जवाब किस तरह इस मुल्क में से दिया जा सकता है। ਚਨਾਚੇ ਉਸਨੇ ਆਪਣੇ ਇਹਨਾਂ ਉੱਚ ਇਰਾਦਿਆਂ ਨੂੰ ਅਮਲੀ ਸ਼ਕਲ ਵਿੱਚ ਲਿਆਉਣ ਲਈ ਪਹਿਲਾ ਕਦਮ ਇਹ ਚੁੱਕਿਆ ਕਿ ਆਪਣੇ ਜ਼ਬਰਦਸਤ ਪ੍ਰਬੰਧ ਹੇਠ ਖਾਲਸਾ ਫੌਜਾਂ ਭੇਜ ਕੇ ਪਹਾੜੀ ਰਿਆਸਤ ਮੰਡੀ ਸੁਕੇਤ ਨੂੰ ਸਿੱਖ ਰਾਜ ਨਾਲ ਮਿਲਾ ਦਿੱਤਾ। ਇਸੇ ਤਰ੍ਹਾਂ ਲਦਾਖ ਦਾ ਇਲਾਕਾ ਸਣੇ ਉਹਦੀ ਰਾਜਧਾਨੀ ਲੋਹ ਅਤੇ ਬਲਤਿਸਤਾਨ ਤਿੱਬਤ ਦਾ ਸਾਰਾ ਪਰਗਣਾ ਖਾਲਸਾ ਰਾਜ ਨਾਲ ਮਿਲਾ ਦਿੱਤਾ। ਇਸ ਦੇ ਨਾਲ ਲਾਗਵੇਂ ਇਲਾਕੇ ਦੀ ਫਤਿਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਵਾਹਿਗੁਰੂ ਦਾ ਅਮਿੱਟ ਹੁਕਮ ਆ ਗਿਆ ਤੇ ਜਿੱਥੇ ਜਿੱਥੇ ਕੁਛ ਹੋ ਰਿਹਾ ਸੀ ਉੱਥੇ ਦਾ ਉੱਥੇ ਹੀ ਧਰਿਆ ਰਹਿ ਗਿਆ। ਗੱਲ ਕੀ ਜਿਸ ਤਵਾਰੀਖ ਨੂੰ ਵੀ ਉਠਾ ਕੇ ਪੜ੍ਹੋ ਮਹਾਰਾਜਾ ਨੌਨਿਹਾਲ ਸਿੰਘ ਦੇ ਗੁਣ ਗਾਉਂਦੀ ਦੇਖੋਗੇ। ਜਿਸ ਵਿਦਵਾਨ ਦੀ ਰਾਏ ਪੜ੍ਹੋ ਆਪ ਨੂੰ ਸਬੂਤ ਮਿਲੇਗਾ ਕਿ ਇਹ ਸ਼ਹਿਜ਼ਾਦਾ ਅਸਧਾਰਨ ਗੁਣਾਂ ਦਾ ਮਾਲਕ ਸੀ। ਜਰਨੈਲ ਗੱਫ ਦੀ ਰਾਏ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਘਰਾਣੇ ਵਿੱਚ ਜੇ ਕੋਈ ਸਿੱਖ ਰਾਜ ਨੂੰ ਸੰਭਾਲਣ ਦੀ ਯੋਗਤਾ ਰੱਖਦਾ ਸੀ ਤਾਂ ਉਹ ਨੌਜਵਾਨ ਨੌਨਿਹਾਲ ਸਿੰਘ ਸੀ। ਉਹ ਖਾਸ ਫਜ਼ੀਲਤ ਤੇ ਬੜੀ ਭਾਰੀ ਲਿਆਕਤ ਦਾ ਮਾਲਕ ਸੀ। ਮੁੱਕਦੀ ਗੱਲ ਇਹ ਹੈ ਕਿ ਮਹਾਰਾਜਾ ਨੌਨਿਹਾਲ ਸਿੰਘ ਦੀ ਹਸਤੀ ਸੰਸਾਰ ਦੇ ਵੱਡੇ ਪੁਰਖਾਂ ਵਰਗੀ ਸੀ, ਪਰ ਅਫਸੋਸ ਕਿ ਉਹ ਖਾਲਸਾ ਰਾਜ ਦੇ ਵੈਰੀਆਂ ਦੀ ਖੁਦਗਰਜ਼ੀ ਦਾ ਸ਼ਿਕਾਰ ਹੋ ਗਈ ਅਤੇ ਖਾਲਸਾ ਰਾਜ ਬਹੁਮੁੱਲਾ ਲਾਲ ਆਪਣੇ ਹੱਥੋਂ ਖੋ ਬੈਠਾ। ਸਰ ਹੈਨਰੀ ਫੈਨ ਸੰਨ 1873 ਵਿੱਚ ਜਦ ਸ਼ਹਿਜ਼ਾਦਾ ਨੌਨਿਹਾਲ ਸਿੰਘ ਦੇ ਵਿਆਹ ਪਰ ਅੰਮ੍ਰਿਤਸਰ ਆਇਆ ਸੀ ਤਾਂ ਇਸ ਸ਼ਹਿਜ਼ਾਦੇ ਦੀ ਰਹਿਣੀ ਦੇਖ ਕੇ ਆਪ ਲਈ ਬੜੀ ਉੱਚੀ ਰਾਏ ਕਾਇਮ ਕੀਤੀ। ਉਹ ਆਪਣੀ ਪੁਸਤਕ ਵਿੱਚ ਲਿਖਦਾ ਹੈ ਕਿ ਨੌਨਿਹਾਲ ਸਿੰਘ ਬੜਾ ਹੀ ਸਿਆਣਾ ਅਤੇ ਉੱਚੇ ਆਚਰਨ ਦਾ ਨੌਜਵਾਨ ਸੀ। ਜਿੱਥੇ ਉਹ ਬਹਾਦਰ ਜਰਨੈਲ ਸੀ ਉੱਥੇ ਉਹ ਕਾਮਯਾਬ ਪ੍ਰਬੰਧਕ ਵੀ ਸੀ। ਸੰਨ 1834 ਤੋਂ ਲੈ ਕੇ ਕਈ ਸਾਲਾਂ ਤੱਕ ਆਪ ਪਿਸ਼ਾਵਰ ਵਰਗੇ ਖੁਦਸਰ ਤੇ ਖੂਨਖਵਾਰ ਇਲਾਕੇ ਦੇ ਨਾਇਬ ਗਵਰਨਰ ਰਹੇ, ਜਿਸ ਵਿੱਚ ਆਪ ਨੂੰ ਪੂਰੀ 16 ਆਨੇ ਕਾਮਯਾਬੀ ਹੋਈ। ਇਸ ਬਾਰੇ ਮਿਸਟਰ ਕਾਲੀ ਰਾਏ ਆਪਣੀ ਪੁਸਤਕ ਸ਼ੇਰੇ ਪੰਜਾਬ ਦੇ ਸਫਾ 297 ਪਰ ਲਿਖਦਾ ਹੈ, ਸ਼ਹਿਜ਼ਾਦਾ ਨੌਨਿਹਾਲ ਸਿੰਘ ਪਿਸ਼ਾਵਰ ਦਾ ਬੜਾ ਕਾਬਲ ਤੇ ਕਾਮਯਾਬ ਗਵਰਨਰ ਸੀ। ਸ਼ਹਿਜ਼ਾਦਾ ਨੌਨਿਹਾਲ ਸਿੰਘ ਖਾਲਸਾ ਧਰਮ ਵਿੱਚ ਬੜਾ ਹੀ ਤਿਆਰ ਬਰ ਤਿਆਰ ਸੀ। ਗੁਰਦੁਆਰਿਆਂ ਦੀ ਟਹਿਲ ਕਰਵਾਣੀ ਤੇ ਇਹਨਾਂ ਨਾਲ ਪੱਕੀਆਂ ਜਾਗੀਰਾਂ ਲਾਣੀਆਂ ਆਪਣੇ ਜੀਵਨ ਦਾ ਮੁੱਖ ਮੰਤਵ ਸਮਝਦਾ ਸੀ।
सन 1834 ਵਿੱਚ ਜਦ ਆਪ ਪਿਸ਼ਾਵਰ ਦੇ ਹੁਕਮਰਾਨ ਬਣੇ ਤਾਂ ਆਪ ਨੇ ਇਲਾਕਾ ਯੂਸਫਜ਼ਈ ਦਾ ਪਹਿਲਾ ਦੌਰਾ ਕੀਤਾ। ਇਸ ਸਮੇਂ ਆਪ ਬਾਬਾ ਫੂਲਾ ਸਿੰਘ ਜੀ ਅਕਾਲੀ ਖਾਲਸਾ ਕੌਮ ਦੇ ਮਾਣਯੋਗ ਸ਼ਹੀਦ ਦੀ ਸਮਾਧ ਪਰ ਪਹੁੰਚੇ ਤਾਂ ਉਸ ਜਾਗੀਰ ਨੂੰ ਦੂਣਾ ਹੋਰ ਵਧਾ ਦਿੱਤਾ, ਜਿਹੜੀ ਸਨ 1823 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਸਮਾਧ ਨਾਲ ਲਾਈ ਸੀ। ਸਮਾਧ ਦੇ ਅਕਾਲੀ ਸਿੰਘਾਂ ਦੇ ਉਸ ਜਥੇ ਦੀ ਸੇਵਾ ਤੇ ਲੰਗਰ ਲਈ ਬਹੁਤ ਸਾਰਾ ਧਨ ਭੇਟਾਂ ਕੀਤਾ। ਸਨ 1839 ਵਿੱਚ ਜਦ ਸ਼ਹਿਜ਼ਾਦਾ ਨੌਨਿਹਾਲ ਸਿੰਘ ਕਾਬਲ ਪਰ ਚੜ੍ਹਾਈ ਲਈ ਜਾਣ ਲੱਗਾ ਤਾਂ ਕੁਝ ਦਿਨ ਪਹਿਲੋਂ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਗੁਰਦੁਆਰੇ ਦੇ ਦਰਸ਼ਨ ਲਈ ਗਿਆ। ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਘਰ ਦੀ ਮਰਿਆਦਾ, ਸੰਯੁਕਤ ਪ੍ਰਸ਼ਾਦ ਆਦਿ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਹਾਜ਼ਰ ਕੀਤਾ। ਅਰਦਾਸਾ ਸੁਧਾਇਆ ਤੇ ਹੁਣ ਆਪ ਪਾਵਨ ਸਰੋਵਰ ਦੀ ਵੱਡੀ ਪਰਿਕਰਮਾ ਕਰਨ ਲੱਗੇ। ਕਹਿੰਦੇ ਹਨ ਕਿ ਆਪ ਜੀ ਇੱਕ ਬਾਹੀ ਦੀ ਪਰਿਕਰਮਾ ਕਰਦੇ ਹੋਏ ਇੱਕਾ ਇੱਕ ਖਲੋ ਗਏ ਤੇ ਆਖਣ ਲੱਗੇ ਕਿ ਕਿੰਨਾ ਚੰਗਾ ਹੋਵੇ ਜੇ ਕਦੇ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵੱਡੀ ਪਰਿਕਰਮਾ ਦੀਆਂ ਚੌਹਾਂ ਗੁੱਠਾਂ ਪਰ ਬੜੇ ਬੜੇ ਉੱਚੇ 4 ਮੀਨਾਰ ਬਣਾਏ ਜਾਣ, ਜਿਸ ਨਾਲ ਪਰਿਕਰਮਾ ਦਾ ਸੁਹੱਪਣ ਹੋਰ ਵੱਧ ਜਾਏ ਅਤੇ ਇਹ ਸੇਵਾ ਦਾਸ ਆਪਣੇ ਆਪ ਨੂੰ ਵਡਭਾਗੀ ਜਾਣ ਕੇ ਆਪਣੀ ਜਾਤੀ ਜਗੀਰ ਦੀ ਆਮਦਨ ਵਿੱਚੋਂ ਕਰਵਾਏਗਾ। ਲਿਖਿਆ ਹੈ ਕਿ ਇਹ ਭਾਰੀ ਰਕਮ ਇਸ ਸੇਵਾ ਲਈ ਆਪ ਨੇ ਉੱਥੇ ਹੀ ਅਰਦਾਸ ਕਰਾ ਦਿੱਤੀ ਤੇ ਬੁਰਜ ਬਣਾਉਣੇ ਦਾ ਕੰਮ ਆਰੰਭ ਹੋ ਗਿਆ। ਚਵਾਂ ਵਿੱਚੋਂ ਇੱਕ ਬੁਰਜ ਤਿਆਰ ਵੀ ਹੋ ਗਿਆ ਤੇ ਦੂਜੇ ਦੀ ਨੀਂਹ ਆਦਿ ਭਰ ਕੇ ਕੁਝ ਕੁ ਉਸਾਰੀ ਦਾ ਕੰਮ ਹੋ ਰਿਹਾ ਸੀ ਕਿ ਇੱਕਾ ਇੱਕ 5 ਨਵੰਬਰ ਸਨ 1840 ਦੀ ਭਿਆਨਕ ਘਟਨਾ ਪੇਸ਼ ਆਈ, ਜਿਸ ਕਰਕੇ ਇਹ ਕੰਮ ਉੱਥੇ ਦਾ ਉੱਥੇ ਹੀ ਅਧੂਰਾ ਰਹਿ ਗਿਆ। ਆਪ ਜੀ ਦਾ ਗੁਰਚਰਨਾਂ ਪਰ ਸਿਦਕ ਤੇ ਪੰਥਕ ਪਿਆਰ ਦਾ ਅੰਦਾਜ਼ਾ ਆਪ ਦੇ ਦਸਤਖਤੀ ਫਰਮਾਨਾਂ ਤੇ ਲਿਖਤਾਂ ਤੋਂ ਸੌਖਾ ਹੀ ਹੋ ਸਕਦਾ ਹੈ, ਜੋ ਇਸ ਵਕਤ ਤੱਕ ਕਈਆਂ ਥਾਵਾਂ ਪਰ ਮੌਜੂਦ ਹਨ ਅਤੇ ਲੇਖਕ ਨੂੰ ਉਹਨਾਂ ਦੇ ਪੜ੍ਹਨ ਦਾ ਸਮਾਂ ਮਿਲਿਆ ਹੈ। ਆਪ ਦੇ ਸਮੇਂ ਦੀਆਂ ਇਹ ਲਿਖਤਾਂ ਸ਼ੁਰੂ ਹੀ ਇਹਨਾਂ ਸ਼ਬਦਾਂ ਨਾਲ ਹੁੰਦੀਆਂ ਹਨ। ਸ਼੍ਰੀ ਸਤਿਗੁਰੂ ਜੀ ਖਾਲਸੇ ਜੀ ਕਾ ਸਦਾ ਬੋਲਬਾਲਾ ਰਹੇ, ਇਸ ਤੋਂ ਅੱਗੇ ਮਤਲਬ ਲਿਖਿਆ ਜਾਂਦਾ ਸੀ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੀ ਸਵਰਨ ਅਰ ਸੰਗ ਸਫੇਦ ਸੰਗਮਰਮਰ ਦੀ ਬਹੁਤ ਸਾਰੀ ਸੇਵਾ ਕਰਨ ਦੀ ਵਡਿਆਈ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਆਪ ਨੂੰ ਹੀ ਮਿਲੀ ਸੀ। ਇਸ ਬਦਲੇ ਉਹ ਸਦਾ ਹੀ ਕਹਿੰਦਾ ਹੁੰਦਾ ਸੀ ਕਿ ਇਹ ਮੇਰੇ ਬੜੇ ਵੱਡੇ ਭਾਗ ਹਨ ਕਿ ਸਤਿਗੁਰੂ ਜੀ ਨੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਇਸ ਸੇਵਾ ਦਾ ਮਾਣ ਬਖਸ਼ਿਆ ਹੈ। ਇੱਕ ਦਿਨ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਗਿਆਨੀ ਨੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਆ ਕੇ ਰਿਪੋਰਟ ਦਿੱਤੀ ਕਿ ਜੋ ਸੇਵਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਸਰਕਾਰ ਨੇ ਦੱਸੀ ਸੀ ਉਹ ਸੰਪੂਰਨ ਹੋ ਗਈ ਹੈ ਅਤੇ ਸੰਗਤ ਦੀ ਇੱਛਾ ਹੈ ਕਿ ਇਸ ਸੇਵਾ ਦੀ ਯਾਦਦਾਸ਼ਤ ਲਈ ਇੱਕ ਸਿਲਾਲੇਖ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਵਾਜ਼ੇ ਪਰ ਲਗਾਇਆ ਜਾਏ ਤਾਂ ਕਿ ਆਉਣ ਵਾਲੀ ਸੰਤਾਨ ਲਈ ਸੇਵਾ ਦਾ ਭਾਵ ਇਸੇ ਤਰ੍ਹਾਂ ਬਣਿਆ ਰਹੇ। ਕਿਹਾ ਜਾਂਦਾ ਹੈ ਪਹਿਲਾਂ ਤਾਂ ਆਪ ਨੇ ਆਪਣੇ ਦਾਦਾ ਜੀ ਦੀ ਤਰ੍ਹਾਂ ਆਪਣਾ ਨਾਮ ਪੱਥਰ ਤੇ ਲਿਖਣ ਤੋਂ ਨਾ ਕਰ ਦਿੱਤੀ, ਪਰ ਜਦ ਆਪ ਨੂੰ ਦੱਸਿਆ ਗਿਆ ਕਿ ਇਹ ਸੰਗਤ ਦੀ ਮੰਗ ਹੈ ਤਾਂ ਮਸਾਂ ਕਿਤੇ ਆਪ ਨੇ ਆਗਿਆ ਦਿੱਤੀ, ਪਰ ਨਾਲ ਇਸ ਗੱਲ ਦੀ ਤਾਕੀਦ ਕਰ ਦਿੱਤੀ ਕਿ ਜੋ ਕੁਝ ਲਿਖੋ ਬੜਾ ਹੀ ਨਿਮਰਤਾ ਭਾਵ ਵਾਲਾ ਹੋਵੇ। ਗਿਆਨੀ ਸਾਹਿਬ ਜੀ ਨੇ ਇੱਕ ਵੱਡੀ ਪੱਥਰ ਸਿਲਾ ਪਰ 3 ਟੁਕੜੀਆਂ ਬਣਵਾਈਆਂ, ਜਿਨ੍ਹਾਂ ਵਿੱਚੋਂ ਦਰਮਿਆਨੀ ਟੁਕੜੀ ਵਿੱਚ ਮਹਾਰਾਜਾ ਦੀ ਮਰਜ਼ੀ ਅਨੁਸਾਰ ਖਾਲਸੇ ਦਾ ਮੂਲ ਮੰਤਰ ਤੇ ਉਸੇ ਸਮੇਂ ਦਾ ਬੋਲਾ ਦਰਜ ਕਰਾਇਆ। ਅਵਗੁਣ। ਆਪ ਹੈਰਾਨ ਹੋਵੋਗੇ ਕਿ ਮਹਾਰਾਜਾ ਨੌਨਿਹਾਲ ਸਿੰਘ ਇੰਨੇ ਗੁਣਾਂ ਦਾ ਮਾਲਕ ਹੁੰਦਾ ਹੋਇਆ ਕਿਸ ਤਰ੍ਹਾਂ ਅਪਸਵਾਰਥੀਆਂ ਦੇ ਧੋਖੇ ਵਿੱਚ ਫਸ ਗਿਆ, ਜਦਕਿ ਸਾਰੇ ਇਤਿਹਾਸਕਾਰ ਇਸ ਨੁਕਤੇ ਪਰ ਸਹਿਮਤ ਹਨ ਕਿ ਉਸ ਵਿੱਚ ਉਹ ਸਾਰੇ ਗੁਣ ਮੌਜੂਦ ਸਨ ਜੋ ਉਸ ਸਮੇਂ ਕਿਸੇ ਕਾਮਯਾਬ ਹੁਕਮਰਾਨ ਲਈ ਲੋੜੀਂਦੇ ਸਨ। ਪਰ ਅਸੀਂ ਇਸ ਗੱਲ ਦੇ ਮੰਨਣ ਲਈ ਤਿਆਰ ਨਹੀਂ ਕਿ ਉਹ ਮਨੁੱਖੀ ਕਮਜ਼ੋਰੀਆਂ ਤੋਂ ਸੁਤੰਤਰ ਸੀ। ਉਸ ਦੇ ਜੀਵਨ ਨੂੰ ਖੋਜੀ ਨਿਗਾਹ ਨਾਲ ਪੜਤਾਲਿਆ ਉਸ ਦੀਆਂ ਕਈ ਕਮੀਆਂ ਅੱਖਾਂ ਅੱਗੇ ਆ ਖਲੋਂਦੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਘੀ ਕਮਜ਼ੋਰੀ ਉਸ ਵਿੱਚ ਇਹ ਸੀ ਕਿ ਜਦ ਕੋਈ ਆ ਕੇ ਸਭ ਤੋਂ ਪਹਿਲਾਂ ਜੋ ਕੁਝ ਉਸ ਦੇ ਕੰਨ ਵਿੱਚ ਆਖ ਦੇਵੇ ਉਸ ਨੂੰ ਉਹ ਬਿਨਾਂ ਪੜਤਾਲਿਆਂ ਪੱਥਰ ਦੀ ਲਕੀਰ ਸਮਝ ਲੈਂਦਾ ਸੀ। ਅਜਿਹਾ ਸੁਭਾਅ ਰੱਖਣ ਵਾਲੇ ਖੁਦ ਮੁਖਤਿਆਰ ਹੁਕਮਰਾਨ ਨੂੰ ਸਵਾਰਥੀ ਲੋਕ ਭਿਆਨਕ ਤੋਂ ਭਿਆਨਕ ਧੋਖਾ ਸੌਖਾ ਹੀ ਦੇ ਸਕਦੇ ਹਨ। ਧਿਆਨ ਸਿੰਘ ਇਸ ਕਮਜ਼ੋਰੀ ਦਾ ਪੂਰੀ ਤਰ੍ਹਾਂ ਜਾਣੂ ਸੀ। ਜਿਸ ਵਕਤ ਉਸਨੇ ਆਪਣੇ ਸਵਾਰਥ ਲਈ ਨੌਨਿਹਾਲ ਸਿੰਘ ਨੂੰ ਆਪਣੇ ਹਥਿਆਰ ਬਣਾਉਣਾ ਚਾਹਿਆ, ਉਦੋਂ ਉਸਨੇ ਮਹਾਰਾਜਾ ਦੀ ਇਸ ਕਮਜ਼ੋਰੀ ਤੋਂ ਲਾਭ ਉਠਾਇਆ ਸੀ। ਅਰਥਾਤ ਜਦ ਸਰਦਾਰ ਚੇਤ ਸਿੰਘ ਦਾ ਰਸੂਖ ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਕੋਲ ਆਪਣੇ ਨਾਲੋਂ ਵੀ ਵੱਧਦਾ ਡਿੱਠਾ ਤਾਂ ਉਹ ਈਰਖਾ ਦੀ ਜਵਾਲਾ ਵਿੱਚ ਸੜ ਕੇ
ਅੱਗ ਭਬੋਲਾ ਹੋ ਗਿਆ। ਉਸ ਸਮੇਂ ਉਸਨੇ ਝੱਟ ਆਪਣੇ ਵੱਡੇ ਭਾਈ ਗੁਲਾਬ ਸਿੰਘ ਦੀ ਰਾਹੀਂ ਸ਼ਹਿਜ਼ਾਦੇ ਦੇ ਕੰਨ ਤੀਕ ਇਹ ਨਿਰਮੂਲ ਖਬਰ ਪਹੁੰਚਾ ਦਿੱਤੀ ਕਿ ਸਰਦਾਰ ਚੇਤ ਸਿੰਘ ਨੇ ਮਹਾਰਾਜਾ ਖੜਕ ਸਿੰਘ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਖਾਲਸਾ ਰਾਜ ਫਿਰੰਗੀਆਂ ਦੇ ਹਵਾਲੇ ਕਰ ਦੇਵੇ ਤੇ ਆਪ ਬੇਚਿੰਤ ਹੋ ਕੇ ਆਪਣਾ ਸੁਖੀ ਜੀਵਨ ਗੁਜ਼ਾਰੇ। ਬਸ ਫਿਰ ਕੀ ਸੀ, ਬਿਨਾਂ ਖੋਜ ਪੜਤਾਲ ਦੇ ਸ਼ਹਿਜ਼ਾਦੇ ਨੇ ਇਹਨਾਂ ਦੇ ਕਹਿਣੇ ਨੂੰ ਆਕਾਸ਼ਬਾਣੀ ਸਮਝ ਕੇ ਉਹ ਖਤਰਨਾਕ ਧੋਖਾ ਖਾਧਾ, ਜਿਸ ਦਾ ਸ਼ਿਕਾਰ ਨਾ ਕੇਵਲ ਬੇਦੋਸ਼ਾ ਚੇਤ ਸਿੰਘ ਹੀ ਬਣਿਆ ਬਲਕਿ ਉਸ ਤੋਂ ਉਸਦਾ ਧਰਮੀ ਪਿਤਾ ਮਹਾਰਾਜਾ ਖੜਕ ਸਿੰਘ ਤੇ ਉਹ ਆਪ ਨੌਨਿਹਾਲ ਸਿੰਘ ਵੀ ਨਾ ਬਚ ਸਕਿਆ। ਜੇ ਕਦੇ ਸ਼ਹਿਜ਼ਾਦਾ ਉਹਨਾਂ ਦੇ ਕਹਿਣ ਨੂੰ ਜਰਾ ਵੀ ਠੰਡੇ ਦਿਲ ਨਾਲ ਵਿਚਾਰਦਾ ਤਾਂ ਸਾਰਾ ਪਾਜ ਉਗੜ ਕੇ ਉਸਦੇ ਸਾਹਮਣੇ ਆ ਜਾਂਦਾ ਤੇ ਉਹ ਤਬਾਹੀ ਜਿਸ ਨੂੰ ਅੱਜ ਵੀ ਸੁਣਨ ਨਾਲ ਲੂ ਕੰਡੇ ਖੜੇ ਹੋ ਜਾਂਦੇ ਹਨ, ਕਦੇ ਵੀ ਨਾ ਹੋਣੀ ਪਾਉਂਦੀ। ਪਰ ਨਹੀਂ, ਉਸਨੇ ਅਜਿਹਾ ਨਹੀਂ ਕੀਤਾ। ਉਹ ਇਸ ਤਰ੍ਹਾਂ ਦੇ ਭਰੋਸੇ, ਇਸ ਭੁਲੇਖੇ ਵਿੱਚ ਰਿਹਾ ਕਿ ਐਸਾ ਕਿਹੜਾ ਜੰਮਿਆ ਹੈ ਜਿਹੜਾ ਮੇਰੇ ਸਾਹਮਣੇ ਵੀ ਝੂਠ ਬੋਲਣ ਦਾ ਹੌਸਲਾ ਕਰ ਸਕਦਾ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸ਼ਹਿਜ਼ਾਦਾ ਆਪਣਾ ਸਰਬੰਸ ਗੁਆ ਬੈਠਾ। ਇੱਕ ਹੋਰ ਕਮਜ਼ੋਰੀ ਜੋ ਇਸ ਉਮਰ ਵਿੱਚ ਆਮ ਪਾਈ ਜਾਂਦੀ ਹੈ ਉਹ ਸੁਭਾਅ ਦੀ ਤੇਜ਼ੀ ਹੈ। ਇਸ ਦੇ ਪ੍ਰਭਾਵ ਤੋਂ ਇਹ ਨੌਜਵਾਨ ਵੀ ਬਚਿਆ ਹੋਇਆ ਨਹੀਂ ਸੀ। ਜਵਾਨੀ ਦੇ ਜੋਸ਼ ਦੇ ਕਾਰਨ ਆਪ ਜੀ ਦੀ ਤਬੀਅਤ ਵਿੱਚ ਲੋੜ ਤੋਂ ਵੱਧ ਤੇਜ਼ੀ ਸੀ। ਕਦੀ ਕਦੀ ਉਹ ਨਿੱਕੀ ਜਿਹੀ ਗੱਲ ਤੋਂ ਭੜਕ ਕੇ ਇੰਨੇ ਤੈਸ਼ ਵਿੱਚ ਆ ਜਾਂਦਾ ਸੀ ਕਿ ਜਿਸ ਦਾ ਕੋਈ ਹੱਦ ਬੰਨਾ ਨਾ ਸੀ ਰਹਿੰਦਾ। ਸੰਨ 1840 ਦੀਆਂ ਗਰਮੀਆਂ ਦਾ ਜ਼ਿਕਰ ਹੈ ਕਿ ਇੱਕ ਲਾਹੌਰ ਦਰਬਾਰ ਵਿੱਚ ਇਹ ਬੇਬੁਨਿਆਦ ਖਬਰ ਉੜਦੀ ਹੋਈ ਪਹੁੰਚੀ ਕਿ ਅੰਗਰੇਜ਼ ਤੇ ਅਫਗਾਨ ਇਸ ਗੱਲ ਤੇ ਵਿਚਾਰਾਂ ਕਰ ਰਹੇ ਹਨ ਕਿ ਅਟਕ ਤੋਂ ਪਾਰਲਾ ਇਲਾਕਾ ਖਾਲਸਾ ਰਾਜ ਨਾਲੋਂ ਅੱਡ ਕਰਕੇ ਅਫਗਾਨਾਂ ਨੂੰ ਮੁੜ ਦਵਾ ਦਿੱਤਾ ਜਾਏ ਤੇ ਇਸ ਦੇ ਬਦਲੇ ਅਫਗਾਨ ਸਿੰਧ ਦਾ ਸਾਰਾ ਪਰਗਣਾ ਅੰਗਰੇਜ਼ਾਂ ਦੇ ਹਵਾਲੇ ਕਰ ਦੇਣ। ਇਸ ਅਫਵਾਹ ਦੇ ਸੁਣਦੇ ਸਾਰ ਮਹਾਰਾਜਾ ਨੌਨਿਹਾਲ ਸਿੰਘ ਨੇ ਝੱਟ ਫੌਜ ਨੂੰ ਤਿਆਰ ਹੋ ਕੇ ਲਾਹੌਰ ਦੇ ਲਾਗੇ ਇਕੱਠੇ ਹੋਣ ਦਾ ਹੁਕਮ ਦੇ ਦਿੱਤਾ ਤਾਂ ਜੋ ਅੰਗਰੇਜ਼ੀ ਇਲਾਕੇ ਤੇ ਧਾਵਾ ਬੋਲ ਦਿੱਤਾ ਜਾਏ। ਇਹ ਅਫਵਾਹ ਜੰਗਲ ਦੀ ਅੱਗ ਦੀ ਤਰ੍ਹਾਂ ਸਾਰੇ ਦੇਸ਼ ਵਿੱਚ ਪਸਰ ਗਈ ਅਤੇ ਅੰਗਰੇਜ਼ੀ ਕਰਮਚਾਰੀਆਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਵਿੱਚ ਬੜੀ ਹਫੜਾ ਦਫੜੀ ਖਿਲਰ ਗਈ। ਪਰ ਉਹਨਾਂ ਦੀ ਦੂਰ ਦੀ ਸੋਚ ਤੇ ਠੰਡੀ ਵਿਚਾਰ ਦਾ ਸਿੱਟਾ ਇਹ ਨਿਕਲਿਆ ਕਿ ਇਸ ਗਲਤਫਹਿਮੀ ਦੇ ਬੱਦਲ ਝੱਬਦੇ ਹੀ ਛਿੰਨ ਭੰਗਰ ਹੋ ਗਏ। ਸ਼ਾਇਦ ਇਹੀ ਕਾਰਨ ਸਨ ਕਿ ਉਸ ਸਮੇਂ ਕੁਝ ਕੁ ਐਸੇ ਲੋਕ ਵੀ ਸਨ ਜੋ ਲਾਹੌਰ ਦੇ ਵਿਰੁੱਧ ਗੋਂਦਾ ਗੁੰਦੀਆਂ ਜਾਣ ਵਿੱਚ ਅਫਗਾਨਾਂ ਅਤੇ ਅੰਗਰੇਜ਼ਾਂ ਦੇ ਹੱਥ ਦੇ ਹੋਣ ਦਾ ਵੀ ਸ਼ੱਕ ਕਰਦੇ ਸਨ। ਪਰ ਇਹ ਖਿਆਲ ਉਸ ਸਮੇਂ ਦੇ ਵਾਕਿਆਤ ਪਰਖਿਆਂ ਸੱਚਾਈ ਤੋਂ ਬਹੁਤ ਦੂਰ ਹਨ। ਹਕੀਕਤ ਵਿੱਚ ਜਿਹਾ ਕਿ ਪਾਠਕ ਉੱਪਰ ਪੜ੍ਹ ਆਏ ਹਨ, ਇਹਨਾਂ ਸਾਰੇ ਅਤਿਆਚਾਰਾਂ ਹੇਠ ਧਿਆਨ ਸਿੰਘ ਦਾ ਉਹ ਜਾਤੀ ਲਾਲਚ ਕੰਮ ਕਰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਯੋਗ ਸਮਾਂ ਪੈਦਾ ਕਰ ਲਏ ਜਦ ਕਿ ਉਹ ਪੰਜਾਬ ਦਾ ਰਾਜ ਆਪਣੇ ਲਾਡਲੇ ਪੁੱਤਰ ਹੀਰਾ ਸਿੰਘ ਨੂੰ ਦਵਾ ਸਕੇ। ਇਹ ਧਰੋਹ ਤੇ ਸਾਰੇ ਖੂਨ ਖਰਾਬੇ ਉਸਨੇ ਇਸੇ ਹਿਰਸ ਦੇ ਪੂਰਨ ਕਰਨ ਲਈ ਕੀਤੇ। ਧਿਆਨ ਸਿੰਘ ਦੇ ਇਹਨਾਂ ਸਾਰਿਆਂ ਛਲ ਕਪਟਾਂ ਦੀ ਇੱਕ ਬੜੀ ਭਾਵਪੂਰਤ ਕਵਿਤਾ ਚੌਪਈ ਪੰਡਤ ਸ਼ਰਦੇ ਰਾਮ ਫਿਲੌਰੀਏ ਨੇ ਆਪਣੀ ਰਚਿਤ ਪੁਸਤਕ ਸਿੱਖਾਂ ਦੇ ਰਾਜ ਦੀ ਵਿਥਿਆ ਵਿੱਚ ਲਿਖੀ ਹੈ, ਜਿਸ ਤੋਂ ਉਸਦੇ ਜੀਵਨ ਦਾ ਬਹੁਤ ਸਾਰਾ ਭਾਗ ਅਸਲ ਰੂਪ ਵਿੱਚ ਅੱਖਾਂ ਦੇ ਸਾਹਮਣੇ ਆ ਖੜਾਉਂਦਾ ਹੈ। ਉਸ ਨੂੰ ਅਸੀਂ ਇੰਨ ਬਿੰਨ ਹੇਠ ਦਿੰਦੇ ਹਾਂ। ਇਹ ਜੋ ਧਿਆਨ ਸਿੰਘ ਸਰਦਾਰ ਧਰੋਹੀ ਪਾਪੀ ਅਰਬਦਕਾਰ, ਇਸਨੇ ਬਹੁਤ ਧਰੋਸੋ ਕਰੇ, ਬਹੁਤੇ ਇਸ ਦੇ ਹੱਥੋਂ ਮਰੇ। ਇਸ ਦੇ ਜਿਹਾ ਨਾ ਕਪਟੀ ਕੋਈ, ਮਹਾ ਛੱਲੀ ਬਣ ਉਮਰਾ ਖੋਈ। ਦੇਖੋ ਇਸਨੇ ਕਿਤਨੇ ਮਾਰੇ, ਛਲ ਬਲ ਕਰਕੇ ਰਿਹਾ ਕਿਨਾਰੇ। ਨੌਨਿਹਾਲ ਸਿੰਘ ਇਸਨੇ ਮਾਰਾ, ਫਿਰ ਮਾਤਾ ਵਿੱਚ ਝਗੜਾ ਡਾਰਾ। ਸ਼ੇਰ ਸਿੰਘ ਦਾ ਮਿੱਤਰ ਹੋਇਆ, ਚੇਤ ਸਿੰਘ ਦਾ ਸਿਰ ਇਨ ਖੋਇਆ। ਹੁਣ ਇਸ ਸ਼ੇਰ ਸਿੰਘ ਦੇ ਲਈ ਦਾਵ ਘਾਵ ਕੀਤੇ ਸੀ ਕਈ। ਫਿਰ ਇਨ ਸੰਧਾ ਵਾਲੀਏ ਸਾਰੇ, ਭੂਹੇ ਕੀਤੇ ਇਸ ਹੱਤਿਆਰੇ। ਉਨੀ ਜੋ ਸ਼ੇਰ ਸਿੰਘ ਨੂੰ ਮਾਰਾ, ਇਸੇ ਦੁਸ਼ਟ ਦਾ ਸਭ ਵਰਤਾਰਾ। ਇਸਨੇ ਬਹੁਤੇ ਪਾਪ ਕਮਾਏ, ਕਈ ਲੋਕ ਇਨ ਮਾਰ ਗਵਾਏ। ਉੜਕ ਇਸ ਦੀ ਵਾਰੀ ਆਈ, ਸਾਰੀ ਭੁੱਲ ਗਈ ਚਤਰਾਈ। ਇਹ ਸਾਰਾ ਭੱਜ ਇੱਥੇ ਪਹੁੰਚ ਕੇ ਵਧੇਰਾ ਖੁੱਲ੍ਹ ਜਾਂਦਾ ਹੈ ਜਦ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ ਦੇ ਤੀਜੇ ਦਿਨ, ਜਿਹਾ ਕਿ ਪਾਠਕ
ਪਿੱਛੇ ਪੜ੍ਹ ਆਏ ਹਨ। ਇਹ ਖਬਰ ਮਹਾਰਾਣੀ ਚੰਦ ਕੌਰ ਜੀ ਨੂੰ ਉਸਨੇ ਸੁਣਾਈ ਤਾਂ ਉਸ ਸਮੇਂ ਸਭ ਤੋਂ ਪਹਿਲੀ ਤਦਬੀਰ ਜੋ ਉਸਨੇ ਮਹਾਰਾਣੀ ਦੇ ਸਾਹਮਣੇ ਪੇਸ਼ ਕੀਤੀ ਉਹ ਇਹ ਸੀ ਕਿ ਮੀਆਂ ਹੀਰ ਸਿੰਘ ਨੂੰ ਮਹਾਰਾਣੀ ਆਪਣਾ ਮੁਤਬੰਨਾ ਬਣਾ ਕੇ ਆਪ ਉਸ ਦੀ ਸਰਪ੍ਰਸਤ ਬਣ ਕੇ ਪੰਜਾਬ ਦੇ ਤਖਤ ਪਰ ਬੈਠੇ। ਇਸ ਹਿਰਸ ਨੂੰ ਪੂਰਾ ਕਰਨ ਲਈ ਹੀਰਾ ਸਿੰਘ ਤੇ ਉਸਦਾ ਚਾਚਾ ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਦੇ ਧੜੇ ਵੱਲੋਂ कंवर शेर सिंह के टाकरे पर ऐसी लहू डोलवी लड़ाई लड़े कि शहजादा शेर सिंह का कई दिनों तक किले पर कब्जा होना रुकिया रहा ते राणी चंद कौर ने 30 नवंबर 1840 ਨੂੰ खालसा राज अपने हथ विच लैण का ऐलान कर दिता। पर भला होवे ज्ञानी गुरमुख सिंह दा जिन्हां दी विरोधता के कारण यह काम सिरे ना चढ़ सकिया। मुकदी गल यह है कि जिथे महाराजा नौनिहाल सिंह विच बेगिणत उच्चे गुण सन, ਅਲਪਗ ਮਨੁੱਖ ਹੋਣ ਦੀ ਸੂਰਤ ਵਿੱਚ ਉੱਥੇ ਉਸ ਵਿੱਚ ਕਮਜ਼ੋਰੀਆਂ ਵੀ ਸਨ, ਜਿਨ੍ਹਾਂ ਦਾ ਇੱਥੇ ਲਿਖਣਾ ਇੱਕ ਨਿਰਪੱਖ ਲੇਖਕ ਲਈ ਜ਼ਰੂਰੀ ਹੈ। ਇਸ ਵਿੱਚ ਵੀ ਸ਼ੱਕ ਨਹੀਂ ਕਿ ਜੇ ਕਦੇ ਉਮਰ ਉਸ ਦਾ ਸਾਥ ਨਿਭਾਉਂਦੀ ਤਾਂ ਆਸ ਹੋ ਸਕਦੀ ਸੀ ਕਿ ਇਹਨਾਂ ਵਿੱਚੋਂ ਕਈਆਂ ਖਾਮੀਆਂ ਪਰ ਉਹ ਕਾਬੂ ਪਾ ਲੈਂਦਾ, ਪਰ ਇੱਥੇ ਤਾਂ ਕੁਦਰਤ ਦੇ ਰੰਗ ਹੀ ਕੁਝ ਹੋਰ ਦੇ ਹੋਰ ਵਰਤ ਗਏ। ਇਸ ਤਰ੍ਹਾਂ ਖਾਲਸੇ ਦੇ ਤੀਸਰੇ ਮਹਾਰਾਜੇ ਦਾ ਜੀਵਨ ਬਿਰਤਾਂਤ ਇੱਥੇ ਸੰਪੂਰਨ ਹੋ ਜਾਂਦਾ ਹੈ। इस तरह खालसे दे तीसरे महाराजे का जीवन बिरतांत इत्थे संपूर्ण हो जाता है। सो अज असी इस किताब दे कुल 141 पन्ने पढ़े हैं अते यह किताब इत्थे ही समाप्त होंदी है। वाहिगुरू जी का खालसा, वाहिगुरू जी की फतेह।